ਵਾਹਿਗੁਰੂ ਸਾਹਿਬ ਜੀ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਘਾਓ। ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਨ ਕੋ ਦਾਓ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾਡੈ ਖੇਤ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਦੀ, ਨੂਰ ਅਰਸੋਂ ਕੁਰਸੋਂ ਚੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੈ ਸਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਪੂਰਬ ਲਿਖਿਆ ਕਮਾਵਣਾ, ਜੇ ਕਰਤੈ ਆਪ ਲਿਖਿਆਸ। ਮੋਹ ਠਗੌਲੀ ਪਾਈਨ, ਵਿਸਰਿਆ ਗੁਣ ਤਾਸ। ਪੂਰਬ ਲਿਖਿਆ ਕਮਾਵਣਾ, ਜੇ ਕਰਤੈ ਆਪ ਲਿਖਿਆਸ। ਮੋਹ ਠਗੌਲੀ ਪਾਈਨ, ਵਿਸਰਿਆ ਗੁਣ ਤਾਸ। ਮਤ ਜਾਣੋ ਜਗ ਜੀਵਦਾ, ਦੂਜੈ ਭਾਏ ਮੋਇ ਆਸ। ਜਿਨਿ ਗੁਰਮੁਖ ਨਾਮ ਨਾ ਚੇਤਿਓ, ਸੇ ਬਹਿਣ ਨਾ ਮਿਲਨੀ ਪਾਸ। ਦੁਖ ਲਾਗਾ ਬਹੁ ਅਤ ਘਣਾ, ਪੁੱਤ ਕਲਤ ਨਾ ਸਾਥ ਕੋਈ ਜਾਸ। ਲੋਕਾਂ ਵਿੱਚ ਮੋਹ ਕਾਲਾ ਹੋਆ, ਅੰਦਰ ਉੱਭੇ ਸਾਸ। ਮਨ ਮੁਖਾ ਨੋ ਕੋ ਨਾ ਵਿਸਹੀ, ਚੁੱਕ ਗਿਆ ਵਿਸਾਸ। ਨਾਨਕ ਗੁਰਮੁਖਾਂ ਨੋ ਸੁਖ ਅਗਲਾ, ਜਿਨ੍ਹਾਂ ਅੰਤਰ ਨਾਮ ਨਿਵਾਸ। ਮਨ ਮੁਖਾਂ ਨੋ ਕੋ ਨਾ ਵਿਸਹੀ, ਚੁੱਕ ਗਿਆ ਵਿਸਾਸ। ਨਾਨਕ ਗੁਰਮੁਖਾਂ ਨੋ ਸੁਖ ਅਗਲਾ,
ਜਿਨਾ ਅੰਤਰ ਨਾਮ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ, ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ, ਵੱਡੇ ਭਾਗਾਂ ਵਾਲੇ ਹਾਂ ਜੋ ਕਿ ਹਰ ਰੋਜ਼ ਦੀ ਤਰ੍ਹਾਂ ਸਤਿਗੁਰਾਂ ਦੀ ਪਾਵਨ ਗੁਰਬਾਣੀ ਨੂੰ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰ ਰਹੇ ਹਾਂ। ਜਿੱਥੇ ਆਪ ਜੀ ਵੱਡੀ ਗਿਣਤੀ ਵਿੱਚ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਹਾਜ਼ਰੀ ਭਰ ਰਹੇ ਹੋ, ਉੱਥੇ PTC ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਵੀ ਸੰਗਤ ਪਾਵਨ ਪਵਿੱਤਰ ਗੁਰਬਾਣੀ ਨੂੰ ਬੜੇ ਪਿਆਰ ਨਾਲ ਸਰਵਣ ਕਰ ਰਹੀ ਹੈ। ਸੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਮੁੱਖ ਵਾਕ ਦੀ ਵਿਚਾਰ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰਨ ਦਾ ਯਤਨ ਕਰੀਏ। ਇੱਕ ਵਾਰ ਸਾਰੀ ਸੰਗਤ ਰਸਨਾ ਨੂੰ ਪਵਿੱਤਰ ਕਰੋ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਸੋ ਸਾਧ ਸੰਗਤ, ਅੱਜ ਦਾ ਪਾਵਨ ਪਵਿੱਤਰ ਸ਼ਬਦ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸੋਰਠ ਰਾਗ ਦੀ ਵਾਰ ਔਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 643 ਤੇ ਅੱਜ ਦਾ ਪਾਵਨ ਪਵਿੱਤਰ ਬਚਨ ਸੁਭਾਇਮਾਨ ਹੈ। ਔਰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹ ਵਾਰ ਹੈ। ਔਰ ਇਹਦੇ ਵਿੱਚ ਕੁਝ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੀ ਅੰਕਿਤ ਕੀਤੇ ਹਨ। ਸੋ ਨਿਮਾਣਿਆਂ ਦੇ ਮਾਨ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਬੜੇ ਪਿਆਰ ਸਤਿਕਾਰ ਨਾਲ ਬਖਸ਼ਿਸ਼ ਕਰ ਰਹੇ ਹਨ। ਪੂਰਬ ਲਿਖਿਆ ਕਮਾਵਣਾ, ਜੇ ਕਰਤਾ ਆਪ ਲਿਖਿਆਸ। ਸਾਹਿਬ ਕਹਿੰਦੇ ਵੀ ਇਸ ਸੰਸਾਰ ਵਿੱਚ ਜਿੰਨੇ ਵੀ ਜੀਵ ਨੇ ਨਾ, ਉਹ ਧੁਰ ਤੋਂ ਲਿਖੇ ਹੋਏ ਲੇਖਾਂ ਦੇ ਮੁਤਾਬਕ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਬਸ਼ਰ ਕਰ ਰਹੇ ਹਨ, ਉਹ ਜ਼ਿੰਦਗੀ ਬਤੀਤ ਕਰ ਰਹੇ ਹਨ। ਤੋ ਇਸ ਕਰਕੇ ਜਦੋਂ ਵੀ ਕੋਈ ਜੀਵ ਇਸ ਸੰਸਾਰ ਦੇ ਉੱਤੇ ਆਉਂਦਾ ਹੈ ਤੇ ਉਹ ਆਪਣੇ ਜਿਹੜੇ ਪੂਰਬਲੇ ਕਰਮ ਨੇ ਉਹਨਾਂ ਕਰਮਾਂ ਦੇ ਮੁਤਾਬਕ ਹੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਇਸ ਸੰਸਾਰ ਦੇ ਉੱਤੇ ਉਹ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ। ਮੋਠ ਗਾਵਲੀ ਪਾਈਨ ਵਿਸਰਿਆ ਗੁਣਤਾਸ। ਤੇ ਕੁਝ ਫਿਰ ਉਹ ਜੀਵ ਨੇ ਕਿ ਜਿਹੜੇ ਮੋਹ ਦੀ ਠੱਗ ਬੂਟੀ ਵਿੱਚ, ਠਗੌਲੀ ਦਾ ਅਰਥ ਹੈ ਠੱਗ ਬੂਟੀ। ਮੋਹ ਸ਼ਬਦ ਜਿਹੜਾ ਹੈ ਨਾ, ਇਹ 5 ਵਿਕਾਰਾਂ ਦੇ ਵਿੱਚੋਂ ਚੌਥੇ ਨੰਬਰ ਤੇ ਹੈ। ਔਰ ਸਾਧ ਸੰਗਤ ਯਾਦ ਰੱਖਣਾ, ਇਹ ਮਨੁੱਖੀ ਮਨ ਦਾ ਸੁਭਾਅ ਹੈ ਕਿ ਬਦੋ ਬਦੀ ਆਪਣਿਆਂ ਦੇ ਨਾਲ ਜਿਹੜਾ ਮੋਹ ਉਹ ਜਾਗਦਾ ਹੀ ਜਾਗਦਾ ਹੈ। ਮਨੁੱਖ ਤਾਂ ਦੂਰ ਦੀ ਗੱਲ, ਇੱਥੇ ਜਿਹੜੇ ਪਸ਼ੂ ਪੰਛੀ ਜਾਨਵਰ ਨੇ ਉਹ ਵੀ ਮੋਹ ਦੇ ਵਿੱਚ ਵੱਜੇ ਹੋਏ ਹਨ। ਆ ਬਾਂਦਰੀ ਦਾ ਜਦੋਂ ਬੱਚਾ ਮਰ ਜਾਵੇ ਨਾ, ਉਹ ਆਪਣੇ ਮਰੇ ਬੱਚੇ ਨੂੰ ਮੋਹ ਵਿੱਚ ਆ ਕੇ ਚੁੱਕੀ ਫਿਰਦੀ ਹੈ। ਇੱਥੋਂ ਤੱਕ ਕਿ ਉਹਦਾ ਮਾਸ ਟੁਕੜੇ ਟੁਕੜੇ ਹੋ ਜਾਵੇਗਾ ਉਸ ਬੱਚੇ ਦਾ, ਹੱਡੀਆਂ ਪਿੰਜਰ ਬਣ ਜਾਣਗੀਆਂ, ਪਰ ਉਹ ਆਪਣੇ ਮਰੇ ਬੱਚੇ ਨੂੰ ਨਹੀਂ ਛੱਡਦੀ। ਮੋਹ ਦੇ ਅਧੀਨ ਹੋ ਕੇ ਉਨਾ ਚਿਰ ਨਹੀਂ ਛੱਡਦੀ ਜਿੰਨਾ ਚਿਰ ਉਹਦੀ ਕੁੱਖ ਦੁਬਾਰਾ ਹਰੀ ਨਹੀਂ ਹੋ ਜਾਂਦੀ, ਉਹ ਬੱਚਾ ਪੈਦਾ ਨਹੀਂ ਕਰਦੀ। ਤੋ ਕਹਿਣ ਤੋਂ ਭਾਵ ਦੋ ਸ਼ਬਦ ਨੇ, ਇੱਕ ਮੋਹ ਹੈ, ਇੱਕ ਪਿਆਰ ਹੈ। ਆਪਣਿਆਂ ਨਾਲ ਪਿਆਰ ਕਰਨਾ ਚਾਹੀਦਾ ਹੈ, ਇਹਦੇ 'ਚ ਕੋਈ ਦੋਰਾਵਾ ਨਹੀਂ। ਹਰ ਇੱਕ ਨੂੰ ਆਪਣੇ ਬੱਚੇ ਪਿਆਰੇ ਨੇ, ਹਰ ਇੱਕ ਨੂੰ ਆਪਣਾ ਪਿਆਰਾ ਹੈ, ਰਿਸ਼ਤੇਦਾਰ ਪਿਆਰੇ ਨੇ, ਸੱਜਣ ਮਿੱਤਰ ਪਿਆਰੇ ਨੇ। ਪਰ ਯਾਦ ਰੱਖਣਾ, ਜਦੋਂ ਇਹ ਪਿਆਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲੋਂ ਵੀ ਜ਼ਿਆਦਾ ਪਿਆਰਾ ਲੱਗਣ ਲੱਗ ਪਵੇ, ਉਦੋਂ ਇਹ ਸਭ ਮੋਹ ਬਣ ਜਾਂਦਾ ਹੈ ਤੇ ਮੋਹ ਤੋਂ ਅਗਲਾ ਰੂਪ ਫਿਰ ਮਾਇਆ ਦਾ ਹੈ।
ਯਾਦ ਰੱਖਣਾ ਸਾਧ ਸੰਗਤ ਕਿ ਕਿਸੇ ਦੇ ਬੱਚੇ ਦਾ ਹੱਕ ਖੋ ਕੇ ਤੁਸੀਂ ਆਪਣੇ ਬੱਚੇ ਦੇ ਮੂੰਹ ਵਿੱਚ ਰੋਟੀ ਪਾਓਗੇ ਨਾ, ਇਹ ਮੈਂ ਸਿੰਪਲ ਸ਼ਬਦਾਂ ਵਿੱਚ ਕਹਿ ਰਿਹਾ, ਸਾਦੇ ਸ਼ਬਦਾਂ 'ਚ, ਵੀ ਉੱਥੇ ਫਿਰ ਮੋਹ ਪੈਦਾ ਹੋ ਜਾਂਦਾ ਹੈ। ਤੋ ਮਹਾਰਾਜ ਕਹਿੰਦੇ ਬਹੁਤ ਸਾਰੇ ਦੁਨੀਆ ਤੇ ਐਸੇ ਲੋਕ ਨੇ ਜਿਨ੍ਹਾਂ ਨੂੰ ਮੋਹ ਦੀ ਠੱਗ ਬੂਟੀ ਨੇ ਆਪਣੇ ਵਿੱਚ ਗ੍ਰਸਤ ਕਰ ਲਿਆ ਹੈ। ਔਰ ਸਾਧ ਸੰਗਤ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਉਹ ਮੋਹ ਦੇ ਅਧੀਨ ਹੋ ਕੇ ਤੇ ਉਹਨਾਂ ਨੂੰ ਫਿਰ ਉਹ ਗੁਣਾਂ ਦਾ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ ਉਹ ਸੰਸਾਰ ਤੋਂ ਫਿਰ ਉਹਦਾ ਨਾਮ ਵਿਸਰ ਚੁੱਕਾ ਹੈ। ਮਤ ਜਾਣੋ ਜਗ ਜੀਵ ਦਾ ਦੂਜੈ ਭਾਏ ਮੋਹਿ ਆਸ। ਤੇ ਸਾਹਿਬ ਕਹਿੰਦੇ ਮੋਹ ਦੇ ਅਧੀਨ ਜਿਹੜਾ ਵਿਅਕਤੀ ਆਪਣੀ ਜ਼ਿੰਦਗੀ ਗੁਜ਼ਾਰਦਾ ਹੈ ਨਾ, ਇਹ ਨਾ ਜਾਣਿਓ ਵੀ ਉਹ ਜਿਉਂਦਿਆਂ ਦੇ ਵਿੱਚ ਹੈ, ਉਹ ਮਰਿਆਂ 'ਚ ਹੈ। ਮਰਿਆਂ 'ਚ ਕਿਉਂ ਹੈ? ਸਾਰੀ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਕਿਤੇ ਵੀ ਸਰੀਰਕ ਮੌਤ ਨੂੰ ਮੌਤ ਨਹੀਂ ਕਿਹਾ, ਯਾਦ ਰੱਖਣਾ। ਇੱਥੇ ਗੁਰੂ ਅਰਜਨ ਦੇਵ ਮਹਾਰਾਜ ਦਾ ਇੱਕ ਸ਼ਲੋਕ ਪੜ੍ਹਦੇ ਹਾਂ ਆਪਾਂ 52 ਅੱਖਰੀ 'ਚ। ਹਜੂਰ ਕਹਿੰਦੇ ਬੰਦਾ ਅਤੀ ਦਾ ਸੁੰਦਰ ਹੋਵੇ, ਧਨ ਦੌਲਤ ਦਾ ਮਾਲਕ ਹੋਵੇ, ਉੱਚੀ ਕੁੱਲ ਦੇ ਵਿੱਚ ਪੈਦਾ ਹੋਇਆ ਹੋਵੇ ਔਰ ਸੋਹਣਾ ਵੀ ਰੱਜ ਕੇ ਹੋਵੇ, ਪਰ ਜੇ ਇੰਨਾ ਕੁਝ ਹੋਣ ਦੇ ਬਾਵਜੂਦ ਉਹ ਜ਼ਿੰਦਗੀ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਨਹੀਂ ਨਾ ਜੁੜਿਆ, ਜੇ ਉਹ ਅਜੇ ਵੀ ਵਕਾਰਾਂ 'ਚ ਹੀ ਤੁਰਿਆ ਫਿਰਦਾ ਹੈ, ਤੇ ਮਹਾਰਾਜ ਕਹਿੰਦੇ ਉਹ ਜਿਉਂਦਿਆਂ ਮਰਿਆਂ ਦੀ ਕੈਟਾਗਰੀ 'ਚ ਹੈ। ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਤੋ ਇਸ ਕਰਕੇ ਮਹਾਰਾਜ ਬਾਣੀ 'ਚ ਵੀ ਇਹ ਕਹਿੰਦੇ ਨੇ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਸਰੀਰ ਕਰਕੇ ਕੋਈ ਬਹੁਤੇ ਸਵਾਸ ਸੰਸਾਰ ਦੇ ਉੱਤੇ ਗੁਜ਼ਾਰ ਜਾਂਦਾ ਹੈ, ਕੋਈ ਘੱਟ ਗੁਜ਼ਾਰ ਜਾਂਦਾ ਹੈ, ਪਰ ਯਾਦ ਰੱਖਿਓ ਅਸਲ ਜਿਉਣਾ ਜਿਹੜਾ ਉਹ ਜ਼ਮੀਰ ਦਾ ਹੀ ਜਿਉਣਾ ਹੈ। ਉਹ ਜਦੋਂ ਅਸੀਂ ਨੇਕ ਵਿਚਾਰਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਂਦੇ ਹਾਂ ਤੇ ਉਹਦੇ ਨਾਲ ਹੀ ਸਾਡੀ ਜ਼ਿੰਦਗੀ ਹੈ। ਤੋ ਮਹਾਰਾਜ ਕਹਿੰਦੇ ਇਹੋ ਜਿਹੇ ਲੋਕ ਜਿਹੜੇ ਮੋਹ ਦੇ ਵਸ ਵਿੱਚ ਪੈ ਕੇ ਉਹ ਆਪਣੀ ਜ਼ਿੰਦਗੀ ਨੂੰ ਖੁਆਰ ਕਰ ਲੈਂਦੇ ਨੇ, ਸਤਿਗੁਰੂ ਮਹਾਰਾਜ ਕਹਿੰਦੇ ਇਹ ਨਾ ਜਾਣੋ ਵੀ ਉਹ ਜਿਉਂਦੇ ਤੁਰੇ ਫਿਰਦੇ ਹਨ। ਤੋ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਮਤ ਜਾਣੋ ਜਗ ਜੀਵ ਦਾ ਦੂਜੇ ਭਾਏ ਮੋਹਿ ਆਸ। ਉਹ ਦੂਜੇ ਭਾਉ ਵਿੱਚ ਪੈ ਕੇ ਵਕਾਰਾਂ ਦੇ ਅਧੀਨ ਹੋ ਕੇ ਤੇ ਜਿਉਂਦਿਆਂ ਹੀ ਮਰਿਆਂ ਦੇ ਵਿੱਚ ਆ ਜਾਂਦੇ ਨੇ। ਯਾਦ ਰੱਖਿਓ ਇਹ ਨਹੀਂ ਵੀ ਦੁਨੀਆ ਦੇ ਉੱਤੇ ਸੰਤੋਖੀ ਬੰਦੇ ਨਹੀਂ, ਦੁਨੀਆ ਦੇ ਉੱਤੇ ਸਾਰੇ ਮੋਹ 'ਚ ਹੀ ਤੁਰੇ ਫਿਰਦੇ ਨੇ, ਐਸੀ ਵੀ ਬਾਤ ਨਹੀਂ। ਸਾਡਾ ਇਤਿਹਾਸ ਬਹੁਤ ਘਟਨਾਵਾਂ ਨਾਲ ਭਰਿਆ ਹੋਇਆ ਹੈ। ਯਾਦ ਰੱਖਿਓ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸੀ ਨਾ, ਤੇ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣਾਉਣ ਵਿੱਚ ਬਹੁਤ ਸਾਰੇ ਸਾਡੇ ਜਿਹੜੇ ਪੁਰਾਤਨ ਸਿੱਖ ਅਕਾਲੀ ਸੀ ਉਹਨਾਂ ਦਾ ਇੱਕ ਵੱਡਾ ਯੋਗਦਾਨ ਰਿਹਾ। ਝਬਾਲ ਦੇ 3 ਭਰਾਵਾਂ ਦੇ ਵਿੱਚੋਂ ਵਿਚਕਾਰਲਾ ਭਰਾ ਸੀ ਸਰਦਾਰ ਸਰਮਖ ਸਿੰਘ ਝਬਾਲ, ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾ ਪ੍ਰਧਾਨ ਬਣਿਆ ਔਰ ਜਿਨੇ ਗੁਰੂ ਕੇ ਬਾਗ ਦੇ ਮੋਰਚੇ 'ਚ ਵੀ ਕੈਦ ਕੱਟੀ, ਤੇ ਜਦੋਂ ਚਾਬੀਆਂ ਅੰਗਰੇਜ਼ਾਂ ਨੇ ਦਿੱਤੀਆਂ ਤੇ ਉਸ ਇਵਜ਼ ਵਜੋਂ ਵੀ ਬਾਅਦ ਵਿੱਚ ਕੈਦ ਕੱਟੀ। ਇਹਨਾਂ ਦੀ ਕੁਰਕੀ ਹੋ ਗਈ ਸਾਧ ਸੰਗਤ। ਮੈਂ ਮੋਹ ਦੀ ਗੱਲ ਦੱਸਣ ਲੱਗਾ ਵੀ ਇਹਨਾਂ ਦੀ ਮਾਂ ਦੀ ਕਿੱਡੀ ਵੱਡੀ ਕੁਰਬਾਨੀ। ਇਹਨਾਂ ਦੀ ਕੁਰਕੀ ਹੋ ਗਈ ਕਿਉਂਕਿ ਜਿੰਨੇ ਵੀ ਉਦੋਂ ਪੁਰਾਤਨ ਅਕਾਲੀ ਸੀ ਉਹਨਾਂ ਸਾਰਿਆਂ ਦੀਆਂ ਜ਼ਮੀਨਾਂ ਜਾਇਦਾਦਾਂ ਅੰਗਰੇਜ਼ ਸਰਕਾਰ ਨੇ ਕੁਰਕ ਕਰ ਦਿੱਤੀਆਂ ਸਨ ਔਰ ਇਹ ਗੱਲ ਕਹੀ ਸੀ ਵੀ ਜੁਰਮਾਨੇ ਭਰੋ, ਤੇ ਇੰਨੇ ਜੁਰਮਾਨੇ ਪਾਏ ਗਏ ਵੀ ਜਿੰਨੇ ਜੁਰਮਾਨੇ ਨਾਲ ਉਹਨਾਂ ਦਿਨਾਂ ਵਿੱਚ ਪੂਰਾ ਪਿੰਡ ਖਰੀਦਿਆ ਜਾ ਸਕਦਾ ਸੀ। ਅੰਗਰੇਜ਼ਾਂ ਨੇ ਤਹਿਸੀਲਦਾਰ ਨੂੰ ਭੇਜਿਆ ਵੀ ਜਾ ਝਬਾਲੀਏ ਭਰਾਵਾਂ ਦੇ ਘਰ, ਤੇ ਉੱਥੇ ਜਾ ਕੇ ਉਹਨਾਂ ਦੀ ਮਾਂ ਨੂੰ ਥੋੜਾ ਬਹੁਤ ਦਿਲਾਸਾ ਦੇ ਵੀ ਆਪਣੇ ਪੁੱਤਾਂ ਨੂੰ ਕਹੇ ਕਿ ਉਹ ਪੰਥ ਦੀ ਆਵਾਜ਼ ਨਾ ਬਣ, ਜੇਕਰ ਉਹ ਪੰਥ ਦੀ ਆਵਾਜ਼ ਬਣ ਤੋਂ ਨਾ ਹਟੇ ਤੇ ਤੇਰੀ ਜ਼ਮੀਨ ਜਾਇਦਾਦ ਸਾਰੀ ਮਾਂ ਕੁਰਕ ਕਰ ਦਿੱਤੀ ਜਾਵੇ। ਆਇਆ ਤਹਿਸੀਲਦਾਰ, ਤੇ ਸਰਦਾਰ ਸਰਮਖ ਸਿੰਘ ਝਬਾਲ ਦੀ ਮਾਂ ਪੀੜੀ ਤੇ ਬਹਿ ਕੇ ਤੇ ਚੌਂਕੇ ਵਿੱਚ ਬਹਿ ਕੇ ਆਪਣਾ ਕੰਮ ਕਰ ਰਹੀ ਸੀ, ਰੋਟੀਆਂ ਪਕਾ ਰਹੀ ਸੀ। ਤੇ ਸਾਧ ਸੰਗਤ ਤਹਿਸੀਲਦਾਰ ਆ ਕੇ ਖੜ ਗਿਆ। ਉਹਨੇ ਕਿਹਾ ਮਾਈ ਆਪਣੇ ਪੁੱਤਾਂ ਨੂੰ ਸਮਝਾ, ਜੇ ਤੇਰੇ ਪੁੱਤ ਨਾ ਹਟੇ ਪੰਥ ਦੀ ਆਵਾਜ਼ ਬਣਦੇ ਰਹੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਲਈ ਵਜਿੱਦ ਰਹੇ, ਤੇ ਤੇਰੀ ਸਾਰੀ ਜ਼ਮੀਨ ਜਾਇਦਾਦ ਨੂੰ ਅਸੀਂ ਕੁਰਕ ਕਰ ਦਿਆਂਗੇ। ਮਾਤਾ ਨੇ ਕਿਹਾ ਫੇਰ ਕੀ ਹੋਵੇਗਾ, ਅਸੀਂ ਕਿਹੜਾ ਨਾਲ ਲੈ ਕੇ ਜੰਮੇ ਆ ਤੇ ਕਿਹੜਾ ਨਾਲ ਲੈ ਕੇ ਜ਼ਮੀਨ ਜਾਇਦਾਦ ਜਾਣੀ।
ਤਹਿਸੀਲਦਾਰ ਅੰਗਰੇਜ਼ ਦਾ ਕਰਿੰਦਾ ਸੀ। ਉਹਨੇ ਕਿਹਾ, ਮਾਂ ਯਾਦ ਰੱਖੀ, ਜਿਹੜੀ ਪੀੜ੍ਹੀ ਤੇ ਬਹਿ ਕੇ ਇਸ ਚੌਂਕੇ ਵਿੱਚ ਤੂੰ ਰੋਟੀਆਂ ਤਿਆਰ ਕਰ ਰਹੀ ਹੈ ਨਾ, ਇਹ ਪੀੜ੍ਹੀ ਜੋਗੀ ਥਾਂ ਵੀ ਸਰਕਾਰ ਨਹੀਂ ਛੱਡੇਗੀ। ਇਸ ਕਰਕੇ ਆਪਣੇ ਪੁੱਤਾਂ ਨੂੰ ਸਮਝਾ। ਇਹ ਸ਼ਬਦ ਕੰਨਾਂ ਵਿੱਚ ਪਏ ਤੇ ਉਸ ਝਬਾਲਗੇ ਸਰਦਾਰ ਦੀ ਮਾਂ ਨੇ ਆਪਣੇ ਥੱਲਿਓਂ ਪੀੜ੍ਹੀ ਕੱਢ ਕੇ ਭਵਾ ਕੇ ਵਿਹੜੇ ਵਿੱਚ ਮਾਰੀ ਤੇ ਨਾਲ ਇੱਕ ਗੱਲ ਕਹੀ, ਅੰਗਰੇਜ਼ ਦੇ ਕਰਿੰਦਿਆ, ਜੇ ਪੀੜ੍ਹੀ ਜਿੰਨੀ ਥਾਂ ਬਚਾ ਕੇ ਤੂੰ ਚਾਹੁੰਦਾ ਹੈ ਕਿ ਅਸੀਂ ਤੇਰੇ ਪੁੱਤਾਂ ਦੀ ਜ਼ਮੀਰ ਖਰੀਦ ਲਵਾਂਗੇ, ਇਹ ਗੱਲ ਹਰਦਿਸ਼ ਨਹੀਂ ਹੋਵੇਗੀ ਔਰ ਇਸ ਗੱਲ ਵਿੱਚ ਤੁਸੀਂ ਕਦੇ ਕਾਮਯਾਬ ਨਹੀਂ ਹੋਵੋਗੇ। ਸਾਧ ਸੰਗਤ ਯਾਦ ਰੱਖਣਾ, ਨਹੀਂ ਬਚਾਈ ਉਸ ਮਾਂ ਨੇ, ਇੰਨੀ ਕੁ ਜਗ੍ਹਾ ਵੀ ਨਹੀਂ ਬਚਾਈ। ਇਹ ਸੰਸਥਾਵਾਂ ਐਵੇਂ ਹੋਂਦ ਵਿੱਚ ਨਹੀਂ ਆਈਆਂ। ਸ਼ਬਦ ਕਹਿਣੇ ਸੌਖੇ ਨੇ, ਕੋਈ ਸੋਸ਼ਲ ਮੀਡੀਆ ਤੇ ਬੋਲੀ ਜਾਵੇ, ਕੋਈ ਦੁਨਿਆਵੀ ਤੌਰ ਤੇ ਬੋਲੀ ਜਾਵੇ। ਇਹਨਾਂ ਸੰਸਥਾਵਾਂ ਦੇ ਅੰਦਰ ਜਦੋਂ ਤੁਸੀਂ ਇਹਨਾਂ ਦੇ ਇਤਿਹਾਸ ਨੂੰ ਪੜ੍ਹੋਗੇ ਤੇ ਫਿਰ ਮਾਣਮੱਤੇ ਇਤਿਹਾਸ ਤੋਂ ਅਸੀਂ ਜਾਣੂ ਹੋਵਾਂਗੇ। ਖੈਰ, ਗਿਆਨੀ ਕਰਤਾਰ ਸਿੰਘ ਵਰਗੇ ਕੌਮ ਦੇ ਰੌਸ਼ਨ ਦਿਮਾਗ 20 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹਿਣਾ, ਇਹਦੇ ਤੋਂ ਵੀ ਵੱਧ ਸਮਾਂ, ਕਈ ਵਾਰ ਵਿਧਾਇਕ ਬਣਨਾ ਤੇ ਕਈ ਵਾਰ ਸਤਿਕਾਰਯੋਗ ਸਾਧ ਸੰਗਤ ਜੀ ਵਿਧਾਇਕ ਦੇ ਨਾਲ ਨਾਲ ਮੰਤਰੀ ਬਣਨਾ। ਪਰ ਯਾਦ ਰੱਖਿਓ, ਜਦੋਂ ਇੱਕ ਦਿਨ ਇਹਨਾਂ ਨੂੰ ਕਿਸੇ ਨੇ ਜਾ ਕੇ ਕਿਹਾ ਨਾ ਵੀ ਗਿਆਨੀ ਜੀ ਤੁਹਾਡੀ ਹਕੂਮਤ ਹੁਣ ਖਤਮ ਹੋ ਗਈ ਹੈ, ਸਰਕਾਰ ਬਦਲ ਗਈ ਹੈ, ਤੇ ਇਹਦੀ ਕੁੱਲ ਪ੍ਰਾਪਰਟੀ ਪਤਾ ਕਿੰਨੀ ਸੀ ਜਦੋਂ ਇਹਨੇ ਆਪਣਾ ਘਰ ਛੱਡਿਆ ਸੀ, ਸਰਕਾਰੀ ਘਰ? ਯਾਦ ਰੱਖਿਓ, ਇੱਕ ਟਰੰਕ ਦੇ ਵਿੱਚ ਇਹਦਾ ਸਾਰਾ ਸਮਾਨ ਆ ਗਿਆ ਸੀ ਤੇ ਕਸ਼ਹਿਰਾ ਤੌਲੀਆ ਆਪਣੇ ਮੋਢੇ ਤੇ ਰੱਖ ਕੇ ਕਿਹਾ, ਹੈ ਸੱਚਮੁੱਚ ਸਰਕਾਰ ਚਲੇਗੀ, ਕੋਈ ਗੱਲ ਨਹੀਂ, ਫਿਰ ਕਿਹੜੀ ਵੱਡੀ ਗੱਲ ਹੈ। ਕਹਿਣ ਤੋਂ ਭਾਵ ਕਿ ਮੋਹ ਦੀਆਂ ਤੰਦਾਂ ਤੋਂ ਅਸੀਂ ਆਪਣੇ ਪੁਰਾਤਨ ਇਤਿਹਾਸ ਤੋਂ ਸੇਧ ਲੈ ਕੇ ਬਚ ਸਕਦੇ ਹਾਂ, ਅੱਜ ਵੀ ਬਚ ਸਕਦੇ ਹਾਂ। ਬਸ ਇਸ ਮੋਹ ਦੇ ਵਿੱਚੋਂ ਨਿਕਲਣ ਦੀ ਜ਼ਰੂਰਤ ਹੈ। ਤੇ ਜਿਹਨੇ ਮੋਹ ਨੂੰ ਤਿਆਗ ਕੇ ਦੁਨੀਆ ਨਾਲ ਪਿਆਰ ਕੀਤਾ ਨਾ, ਮੁਹੱਬਤ ਵੰਡੀ, ਯਾਦ ਰੱਖਿਓ ਫਿਰ ਸਫਲਤਾ ਉਹਨਾਂ ਲੋਕਾਂ ਦੇ ਪੈਰ ਚੁੰਮਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ, ਜਿੰਨੇ ਵੀ ਬੰਦੇ ਮੋਹ ਦੀ ਆਸ ਵਿੱਚ ਭੱਜੇ ਫਿਰਦੇ ਨੇ, ਦੌੜੇ ਫਿਰਦੇ ਨੇ, ਮਤ ਜਾਣਿਓ ਉਹ ਜਿਉਂਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹ ਜਿਉਂਦਿਆਂ ਹੀ ਮੋਇਆਂ ਦੀ ਕੈਟਾਗਰੀ ਵਿੱਚ ਹਨ। ਜਿਨੀ ਗੁਰਮੁਖ ਨਾਮ ਨਾ ਚੇਤਿਓ, ਸੇ ਬਹਿਣ ਨਾ ਮਿਲਨੀ ਪਾਸ। ਤੇ ਸਾਧ ਸੰਗਤ, ਜਿਨ੍ਹਾਂ ਨੇ ਗੁਰੂ ਦੇ ਨੇੜੇ ਹੋ ਕੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਹੀਂ ਜਪਿਆ, ਬਾਣੀ ਤੋਂ ਸੇਧ ਨਹੀਂ ਲਈ, ਮਹਾਰਾਜ ਕਹਿੰਦੇ ਉਹ ਰੱਬ ਦੇ ਨੇੜੇ ਕਦੇ ਵੀ ਹੋ ਕੇ ਨਹੀਂ ਬਹਿ ਸਕਦਾ। ਦੁਖ ਲਾਗਾ ਬਹੁ ਅਤ ਘਣਾ, ਪੁੱਤ ਕਲਤ ਨਾ ਸਾਥ ਕੋਈ ਜਾਸ। ਤੇ ਜਿਨ੍ਹਾਂ ਪੁੱਤਰਾਂ ਦੇ ਵਾਸਤੇ ਇੰਨਾ ਧਨ ਦੌਲਤ ਇਕੱਤਰ ਕੀਤਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਥ ਤਾਂ ਨਹੀਂ ਦੇਣਾ ਕਿਸੇ ਨੇ। ਤੇ ਯਾਦ ਰੱਖਿਓ, ਉਹਦੇ ਨਾਲ ਫਿਰ ਦੁਨੀਆ ਦੇ ਵਿੱਚ ਵੀ ਕਈ ਵਾਰ ਬੰਦੇ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ। ਕਿੰਨੇ ਲੋਕ ਵਹਿੰਦੇ ਹੋਗੇ, ਪਤਾ ਨਹੀਂ ਕਿੰਨੇ ਕੁ ਦੇ ਬੱਚਿਆਂ ਦੇ ਮੂੰਹ 'ਚੋਂ ਰੋਟੀ ਖੋ ਕੇ ਆਪਣੇ ਬੱਚਿਆਂ ਦੇ ਮੂੰਹ 'ਚ ਪਾਈ, ਉਹੋ ਹੀ ਪੁੱਤ ਵੱਡੇ ਹੋ ਕੇ ਮਾਂ-ਬਾਪ ਨੂੰ ਟਿੱਚ ਸਮਝਦੇ ਨੇ। ਅੱਜ ਬਿਰਧ ਆਸ਼ਰਮ ਭਰੇ ਪਏ ਨੇ, ਯਾਦ ਰੱਖਿਓ, ਪੰਜਾਬ ਦੀ ਧਰਤੀ ਤੇ। ਤੋ ਇਹਦਾ ਮਤਲਬ ਲੋਕ ਵੀ ਇਹ ਕਹਿੰਦੇ ਆ ਵੀ ਵੇਖੋ ਪਾਪ ਕਰ ਕਰਕੇ ਮਾਇਆ ਇਕੱਤਰ ਕੀਤੀ ਤੇ ਸਾਧ ਸੰਗਤ ਹੋਇਆ ਕੀ, ਲੋਕਾਂ ਦੇ ਬੱਚਿਆਂ ਦੇ ਮੂੰਹ ਚੋਂ ਖੋ ਕੇ ਆਪਣੇ ਬੱਚਿਆਂ ਦੇ ਮੂੰਹ 'ਚ ਪਾਈ। ਪਰ ਸਾਹਿਬ ਕਹਿੰਦੇ ਦੀਨ ਦੁਨੀਆ ਦੇ ਵਿੱਚ ਵੀ ਮੋਹ ਕਾਲਾ ਹੋ ਗਿਆ, ਭਾਵ ਸ਼ਰਮਸਾਰ ਹੋਣਾ ਪਿਆ। ਤੇ ਜਿਹੜੇ ਪੁੱਤ ਸੀ, ਕਲੱਤਰ ਸੀ, ਇਸਤਰੀ ਸੀ, ਇਹਨਾਂ ਚੋਂ ਕਿਸੇ ਨੇ ਤੇਰਾ ਸਾਥ ਨਹੀਂ ਦਿੱਤਾ। ਲੋਕਾਂ ਵਿੱਚ ਮੋਹ ਕਾਲਾ ਹੋਵਾ, ਅੰਦਰ ਉੱਬੇ ਸਾਸ। ਤੇ ਜਦੋਂ ਇਸ ਸੰਸਾਰ ਵਿੱਚ ਖੁਆਰੀ ਝੱਲਣੀ ਪਈ ਨਾ, ਤੇ ਉਹਦੇ ਤੋਂ ਬਾਅਦ ਫਿਰ ਅੰਦਰੋਂ ਵੀ ਹੌਕੇ ਲੈਣੇ ਸ਼ੁਰੂ ਕੀਤੇ ਤੇ ਪਛਤਾਵਾ ਹੋਇਆ। ਅੰਦਰ ਉੱਭੇ ਸਾਸ, ਕਿ ਅੰਦਰੋਂ ਹੌਕੇ ਆਉਣੇ ਸ਼ੁਰੂ ਹੋਏ, ਅੰਦਰੋਂ ਪਛਤਾਵਾ ਆਉਣਾ ਸ਼ੁਰੂ ਹੋਇਆ ਕਿ ਸੱਚਮੁੱਚ ਹੀ ਮੈਂ ਗਲਤ ਕਰਮ ਕਰਦਾ ਰਿਹਾ। ਯਾਦ ਰੱਖਿਓ, ਇਮਾਨਦਾਰੀ ਦੀ ਕਮਾਈ 'ਚ ਬਰਕਤ ਹੈ ਤੇ ਸਤਿਗੁਰੂ ਮਹਾਰਾਜ ਨੇ ਧਰਮ ਦੀ ਕਿਰਤ ਕਰਨ ਵਾਸਤੇ ਸਾਨੂੰ ਪ੍ਰੇਰਿਤ ਕੀਤਾ ਹੈ। ਪਰ ਜਿਹੜੇ ਮੋਹ ਦੇ ਅਧੀਨ ਹੋ ਕੇ ਸਭ ਧਰਮ ਨੂੰ ਵੀ ਭੁੱਲ ਜਾਂਦੇ ਨੇ, ਸਾਧ ਸੰਗਤ ਗੁਰਬਾਣੀ ਦੇ ਸਿਧਾਂਤਾਂ ਨੂੰ ਭੁੱਲ ਜਾਂਦੇ ਨੇ, ਉਹਨਾਂ ਬਾਰੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਫਿਰ ਇੱਕ ਦਿਨ ਅੰਦਰੋਂ ਅੰਦਰੀ ਝੂਰਦੇ ਹਨ। ਮਨ ਮੁਖਾਂ ਨੋ ਕੋ ਨਾ ਵਿਸਹੀ, ਚੁੱਕ ਗਿਆ ਵਿਸਾਸ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹੋ ਜਿਹੇ ਲੋਕਾਂ ਦਾ ਫਿਰ ਕੋਈ ਵਿਸ਼ਵਾਸ ਨਹੀਂ ਕਰਦਾ। ਔਰ ਸਤਿਕਾਰਯੋਗ ਸਾਧ ਸੰਗਤ, ਇਹੋ ਜਿਹੇ ਲੋਕਾਂ ਨੂੰ ਸਤਿਗੁਰੂ ਮਹਾਰਾਜ ਨੇ ਫਿਰ ਬਾਣੀ ਵਿੱਚ
ਰੱਬ ਤੋਂ ਟੁੱਟੇ ਹੋਇਆਂ ਨੂੰ ਮਨਮੁਖ ਦੀ ਨਿਆਈ ਕਿਹਾ ਹੈ ਵੀ ਇਹ ਲੋਕ ਜਿਹੜੇ ਮਨਮੁਖ ਹਨ, ਫਿਰ ਇਹਨਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਕੋਈ ਵੀ ਨਹੀਂ ਕਰਦਾ ਹੈ। ਨਾਨਕ ਗੁਰਮੁਖਾਂ ਨੋ ਸੁਖ ਅਗਲਾ, ਜਿਨ੍ਹਾਂ ਅੰਤਰ ਨਾਮ ਨਿਵਾਸ। ਤੇ ਸਾਹਿਬ ਕਹਿੰਦੇ ਜਿਹੜੇ ਗੁਰਮੁਖ ਹਨ, ਜਿਹੜੇ ਗੁਰੂ ਦੀ ਬਾਣੀ ਦੇ ਮੁਤਾਬਕ ਆਪਣੀ ਜ਼ਿੰਦਗੀ ਬਤੀਤ ਕਰਦੇ ਹਨ, ਉਹਨਾਂ ਨੂੰ ਇਸ ਸੰਸਾਰ ਦੇ ਵਿੱਚ ਵੀ ਸੁੱਖ ਮਿਲਦਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਉਹ ਸੁੱਖ ਮਿਲਣ ਦਾ ਕਾਰਨ ਇਹ ਹੈ ਵੀ ਉਹ ਆਤਮਿਕ ਤੌਰ ਤੇ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਨਾਲ ਜੁੜੇ ਰਹਿੰਦੇ ਨੇ ਤੇ ਗੁਰਬਾਣੀ ਦੇ ਮੁਤਾਬਕ, ਸ਼ਬਦ ਦੇ ਮੁਤਾਬਕ ਆਪਣਾ ਜੀਵਨ ਬਤੀਤ ਕਰਦੇ ਹਨ। ਮਹੱਲਾ ਤੀਜਾ। ਫਿਰ ਅਗਲੇ ਸ਼ਲੋਕ ਵਿੱਚ ਗੁਰੂ ਅਮਰਦਾਸ ਮਹਾਰਾਜ ਫੇਰ ਬਖਸ਼ਿਸ਼ ਕਰ ਰਹੇ ਹਨ। ਸੇ ਸੈਣ ਸੇ ਸੱਜਣਾ, ਜੇ ਗੁਰਮੁਖ ਮਿਲਹਿ ਸੁਭਾਏ। ਸਾਹਿਬ ਕਹਿੰਦੇ ਜਿਹੜਾ ਗੁਰੂ ਨਾਲ ਜੁੜ ਗਿਆ ਨਾ, ਜਿਹਨੇ ਗੁਰੂ ਦੀ ਮੱਤ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਿਆ, ਅਸਲ 'ਚ ਮੇਰਾ ਸੱਜਣ ਵੀ ਉਹ ਹੈ ਤੇ ਮੇਰਾ ਸਭ ਤੋਂ ਨੇੜਲਾ ਸੰਗੀ, ਮੇਰਾ ਰਿਸ਼ਤੇਦਾਰ ਉਹੀ ਹੈ। ਸਤਿਗੁਰ ਕਾ ਭਾਣਾ ਅਨ ਦਿਨ ਕਰਹਿ, ਸੇ ਸੱਚ ਰਹੇ ਸਮਾਏ। ਤੇ ਉਹ ਗੁਰੂ ਦੇ ਨਾਲ ਜੁੜ ਕੇ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਨੂੰ ਮੰਨਦੇ ਹਨ। ਭਾਵ ਕਿ ਸਤਿਗੁਰੂ ਮਹਾਰਾਜ ਦਾ ਰੱਬੀ ਹੁਕਮ ਹੈ ਕਿ ਗੁਰੂ ਨਾਲ ਜੁੜ ਕੇ, ਬਾਣੀ ਨਾਲ ਜੁੜ ਕੇ ਤੇ ਅਸੀਂ ਆਪਣਾ ਜਿਹੜਾ ਜੀਵਨ ਇਹਨੂੰ ਮਹਾਨ ਬਣਾਉਣਾ ਹੈ। ਤੋ ਸਾਹਿਬ ਜੀ ਕਹਿੰਦੇ ਇਹੋ ਜਿਹੇ ਗੁਰਮੁਖ ਪਿਆਰੇ ਜਿਹੜੇ ਗੁਰੂ ਨਾਲ ਜੁੜ ਗਏ ਨਾ, ਉਹ ਹਰ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਜੁੜੇ ਰਹਿੰਦੇ ਹਨ। ਦੂਜੈ ਭਾਏ ਲੱਗੇ ਸੱਜਣ ਨਾ ਆਖੀਐ, ਜੇ ਅਭਿਮਾਨ ਕਰੇ ਵੇਕਾਰ। ਤੇ ਮਹਾਰਾਜ ਕਹਿੰਦੇ ਇੱਕ ਸੱਜਣ ਨਾ ਆਖੀਐ, ਜੇ ਅਭਿਮਾਨ ਕਰੇ ਵੇਕਾਰ। ਤੇ ਮਹਾਰਾਜ ਕਹਿੰਦੇ ਇੱਕ ਨੂੰ ਛੱਡ ਕੇ ਜਿਹੜਾ ਦੂਜੇ ਭਾਵ ਨਾਲ ਜੁੜ ਗਿਆ ਨਾ, ਵਕਾਰਾਂ ਨਾਲ ਜੁੜ ਗਿਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹਦੇ ਤੇ ਵਕਾਰ ਭਾਰੀ ਪੈ ਗਏ, ਉਹਨਾਂ ਨੂੰ ਅਸਲ ਸੱਜਣ ਨਹੀਂ ਕਿਹਾ ਜਾਂਦਾ, ਕਿਉਂਕਿ ਉਹ ਫਿਰ ਕਈ ਵਾਰ ਦੁਨਿਆਵੀ ਸ਼ੌਹਰਤ ਦਾ ਮਾਣ ਕਰ ਬੈਂਦੇ ਨੇ, ਹੰਕਾਰ ਕਰ ਬੈਂਦੇ ਨੇ। ਇਸ ਕਰਕੇ ਅਭਿਮਾਨ ਕਰੇ ਵੇਕਾਰ, ਉਹ ਵਕਾਰਾਂ ਵਿੱਚ ਗਰਸੇ ਰਹਿੰਦੇ ਨੇ ਤੇ ਹੰਕਾਰ ਕਰਦੇ ਰਹਿੰਦੇ ਹਨ। ਮਨਮੁਖ ਆਪ ਸਵਾਰਥੀ, ਕਾਰਜ ਨਾ ਸਕੇ ਸਵਾਰ। ਤੇ ਮਨਮੁਖ ਵਿਅਕਤੀ ਜਿਹੜਾ ਹੈ ਉਹ ਆਪਣੇ ਸਵਾਰਥ ਤੱਕ ਸੀਮਤ ਰਹਿੰਦਾ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਉਹ ਕਿਸੇ ਦਾ ਕਾਰਜ ਨਹੀਂ ਸਵਾਰ ਸਕਦਾ ਤੇ ਨਾ ਹੀ ਉਹਦੇ ਕੋਲੋਂ ਆਪਣਾ ਕਾਰਜ ਸੌਰਿਆ ਜਾਣਾ ਹੈ। ਇਸ ਕਰਕੇ ਕਿਉਂਕਿ ਉਹ ਗੁਰੂ ਦੇ ਨੇੜੇ ਹੀ ਨਹੀਂ ਹੈ। ਨਾਨਕ ਪੂਰਬ ਲਿਖਿਆ ਕਮਾਵਣਾ, ਕੋਈ ਨਾ ਮੇਟਣ ਹਾਰ। ਸਾਹਿਬ ਕਹਿੰਦੇ ਫਿਰ ਜੀਵਾਂ ਦੇ ਵੀ ਕੀ ਵਸ, ਪੂਰਬਲੇ ਕੀਤੇ ਕਰਮਾਂ ਦੇ ਮੁਤਾਬਕ ਇਹੋ ਜਿਹੇ ਮਨਮੁਖ ਵਿਅਕਤੀ ਆਪਣੀ ਜ਼ਿੰਦਗੀ ਜਿਹੜੀ ਉਹ ਭੋਗਦੇ ਹਨ ਤੇ ਇਹਨਾਂ ਲੇਖਾਂ ਨੂੰ ਫਿਰ ਕੋਈ ਮੇਟ ਨਹੀਂ ਸਕਦਾ। ਪੌੜੀ। ਤੋ ਪੌੜੀ ਛੰਦ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਿਰ ਬਖਸ਼ਿਸ਼ ਕਰ ਰਹੇ ਨੇ। ਤੁਧ ਆਪੇ ਜਗਤ ਉਪਾਏ ਕੈ, ਆਪ ਖੇਲ ਰਚਾਇਆ। ਸਾਹਿਬ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਇਹ ਸੰਸਾਰ ਪੈਦਾ ਕਰਕੇ ਤੇ ਆਪ ਹੀ ਇਹ ਸਾਰੀ ਖੇਡ ਜਿਹੜੀ ਵਰਤਾਈ ਹੋਈ ਹੈ, ਇਹ ਜਿੰਨੇ ਵੀ ਜੀਵ ਪੈਦਾ ਕੀਤੇ, ਬਨਸਪਤੀ ਪੈਦਾ ਕੀਤੀ, ਇਹ ਸਭ ਕੁਝ ਆਪ ਜੀ ਦੇ ਹੁਕਮ ਵਿੱਚ ਹੀ ਸ੍ਰਿਸ਼ਟੀ ਪੈਦਾ ਹੋਈ ਹੈ। ਤ੍ਰੈ ਗੁਣ ਆਪ ਸਿਰਜਿਆ, ਮਾਇਆ ਮੋਹ ਵਧਾਇਆ। ਤੇ ਮਾਇਆ ਦੇ ਜਿਹੜੇ 3 ਗੁਣ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹ ਵੀ ਆਪ ਜੀ ਨੇ ਹੀ ਪੈਦਾ ਕੀਤੇ ਸੱਚੇ ਪਾਤਸ਼ਾਹ ਮਹਾਰਾਜ। ਤੇ ਜਿਹੜਾ ਉਸ ਗੁਰਬਾਣੀ ਨਾਲੋਂ ਟੁੱਟ ਜਾਂਦਾ, ਉਹਦੇ ਮਨ ਵਿੱਚ ਫਿਰ ਸਾਧ ਸੰਗਤ ਮਾਇਆ, ਇਹ ਤਾਦਕ ਮੋਹ ਜਿਹੜਾ ਉਹ ਵੱਧ ਜਾਂਦਾ ਹੈ। ਵਿੱਚ ਹਉਮੈ ਲੇਖਾ ਮੰਗੀਐ, ਫਿਰ ਆਵੈ ਜਾਇਆ। ਤੇ ਮਾਇਆ ਤੋਂ ਅੱਗੇ ਫਿਰ ਹਉਮੈ ਬਣਦੀ ਹੈ, ਭਾਵ ਕਿ ਮੋਹ ਤੋਂ ਬਾਅਦ ਹਉਮੈ ਪੈਦਾ ਹੁੰਦੀ ਹੈ। ਤੋ ਜਿਹੜੀ ਹਉਮੈ ਇਹ ਵੀ ਮਾਇਆ ਦਾ ਹੀ ਇੱਕ ਰੂਪ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ ਪੌੜੀ ਦੇ ਅੰਦਰ ਕਿ ਵਿੱਚ ਹਉਮੈ ਲੇਖਾ ਮੰਗੀਐ, ਫਿਰ ਆਵੇ ਜਾਇਆ। ਕਿ ਇਹ ਜਿਹੜਾ ਜੰਮਣ ਮਰਨ ਦਾ ਚੱਕਰ ਹੈ ਨਾ, ਇਹ ਫਿਰ ਮਨਮੁਖ ਵਿਅਕਤੀਆਂ ਦਾ ਜਿਹੜਾ ਸਾਧ ਸੰਗਤ ਇਹ ਮੁੱਕਦਾ ਨਹੀਂ। ਤੇ ਜੰਮਣ ਮਰਨ ਦਾ ਜਿਹੜਾ ਪੰਧ ਹੈ
ਇਹ ਫਿਰ ਉਹਨਾਂ ਲੋਕਾਂ ਦਾ ਚੱਲਦਾ ਰਹਿੰਦਾ ਹੈ। ਜਿਨਾ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ। ਪਰ ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਨੇ ਕੋਲ ਬਿਠਾ ਕੇ ਸਮਝਾ ਦਿੱਤਾ ਨਾ, ਉਹ ਇਸ ਦੁਨਿਆਵੀ ਮਾਇਆ ਦੇ ਝੰਜਟ ਤੋਂ ਬਚ ਗਏ, ਮੋਹ ਤੋਂ ਬਚ ਗਏ, ਵਕਾਰਾਂ ਤੋਂ ਬਚ ਗਏ, ਤੇ ਸਤਿਗੁਰੂ ਨੇ ਉਹਨਾਂ ਨੂੰ ਫਿਰ ਆਪਣਾ ਬਣਾ ਲਿਆ ਹੈ। ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ। ਤੇ ਸਾਹਿਬ ਕਹਿੰਦੇ ਇਹ ਗੁਰੂ ਦੇ ਵਿੱਚ ਹੀ ਤਾਕਤ ਹੈ ਵੀ ਜਿਨਨੇ ਹਉਮੈ ਤੋਂ ਵੀ ਮੁਕਤ ਕਰਨਾ ਹੈ, ਜਿਨਨੇ ਮੋਹ ਦੀਆਂ ਤੰਦਾਂ ਤੋਂ ਵੀ ਮੁਕਤ ਕਰਨਾ ਹੈ, ਤੇ ਜਿਨਨੇ ਪੰਜ ਵਕਾਰਾਂ ਤੋਂ ਵੀ ਮੁਕਤ ਕਰਨਾ ਹੈ। ਤੇ ਇਹੋ ਜਿਹਾ ਸਤਿਗੁਰੂ ਜੀ ਦੀ ਬਾਬਤ ਮਹਾਰਾਜ ਫਿਰ ਬਾਣੀ ਵਿੱਚ ਕਹਿੰਦੇ ਨਾਰਾਇਣ ਨਰਪਤ ਨਮਸਕਾਰੈ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਉਹ ਗੁਰੂ ਆਪ ਮੁਕਤ ਹੈ ਤੇ ਸਾਨੂੰ ਵੀ ਤਾਰ ਦਿੰਦਾ ਹੈ। ਇਹ ਸਾਰੇ ਸ਼ਬਦਾਂ ਦੇ ਅੰਦਰ, ਸ਼ਲੋਕਾਂ ਦੇ ਅੰਦਰ ਤੇ ਪੌੜੀ ਦੇ ਅੰਦਰ ਮਹਾਰਾਜ ਨੇ ਵਕਾਰਾਂ ਤੋਂ ਬਚਣ ਦੀ ਪ੍ਰੇਰਣਾ ਦਿੱਤੀ, ਤੇ ਦੋ ਸ਼ਬਦ ਵਾਰ-ਵਾਰ ਕਹੇ ਵੀ ਜਿਹੜੇ ਗੁਰਮੁਖ ਨੇ ਉਹ ਗੁਰੂ ਨਾਲ ਜੁੜ ਕੇ ਇਹਨਾਂ ਵਕਾਰਾਂ ਤੋਂ ਬਚ ਜਾਂਦੇ ਨੇ, ਮੋਹ ਦੀਆਂ ਤੰਦਾਂ ਤੋਂ ਬਚ ਜਾਂਦੇ, ਤੇ ਉਹਨਾਂ ਨੂੰ ਜ਼ਿੰਦਗੀ 'ਚ ਖੁਆਰੀ ਨਹੀਂ ਝੱਲਣੀ ਪੈਂਦੀ। ਪਰ ਜਿਹੜੇ ਇਸ ਮੋਹ ਦੀਆਂ ਤੰਦਾਂ ਵਿੱਚ ਆ ਕੇ ਆਪ ਗਰਸੇ ਜਾਂਦੇ ਨੇ, ਗੁਰੂ ਦੇ ਕੋਲ ਆ ਕੇ ਨਹੀਂ ਬਹਿੰਦੇ, ਗੁਰਬਾਣੀ ਨੂੰ ਪੜ੍ਹ ਕੇ ਸੁਣ ਕੇ ਆਪਣੀ ਜ਼ਿੰਦਗੀ ਦਾ ਆਧਾਰ ਨਹੀਂ ਬਣਾਉਂਦੇ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਨਾਂ ਦਾ ਫਿਰ ਜੰਮਣ ਮਰਨ ਕਦੇ ਖਤਮ ਨਹੀਂ ਹੁੰਦਾ। ਤੇ ਅਖੀਰ ਤੇ ਮਹਾਰਾਜ ਕਹਿੰਦੇ ਵੀ ਮੈਂ ਆਪਣੇ ਗੁਰੂ ਤੋਂ ਬਲਿਹਾਰ ਹਾਂ, ਇੱਕ ਵਾਰ ਨਹੀਂ ਮੈਂ ਕਈ ਵਾਰਾਂ ਬਲਿਹਾਰ ਹਾਂ, ਸਦਕੇ ਜਾਣਾ ਜਿਸ ਗੁਰੂ ਨੇ ਮੈਨੂੰ ਬੰਧਨਾਂ ਤੋਂ ਮੁਕਤ ਕਰ ਦਿੱਤਾ ਹੈ। ਸਾਧ ਸੰਗਤ, ਇਹ ਸ਼ਬਦ ਦੀ ਵਿਚਾਰ ਹੈ। ਤੇ ਰਹਿੰਦੇ ਸਮੇਂ ਵਿੱਚ ਘੱਲੂਘਾਰਾ ਦਿਵਸ ਚੱਲ ਰਿਹਾ ਹੈ, ਤੇ ਇਹ ਪੰਥ ਦੀ ਵੱਡੀ ਸਟੇਜ ਹੈ, ਇਹਦੇ ਤੋਂ ਫਿਰ ਗੱਲ ਕਰਨੀ ਬਣਦੀ ਹੈ। ਮੈਂ ਰਹਿੰਦੇ ਸਮੇਂ ਵਿੱਚ ਕੁਝ ਸ਼ਬਦ ਤੀਸਰੇ ਘੱਲੂਘਾਰੇ ਦੇ ਸੰਬੰਧ ਵਿੱਚ ਆਪ ਜੀ ਨਾਲ ਸਾਂਝੇ ਕਰਨੇ ਚਾਹੁੰਦਾ। ਸਭ ਤੋਂ ਪਹਿਲੀ ਬੇਨਤੀ ਵੀ ਦੋ ਚਾਰ ਸ਼ਬਦ ਨੇ ਆਪਣੀ ਕੌਮ 'ਚ, ਜਿਵੇਂ ਸਾਕਾ ਹੈ, ਕਤਲੇਆਮ ਹੈ, ਦੰਗੇ ਸ਼ਬਦ ਹੈ, ਇਸੇ ਤਰੀਕੇ ਦੇ ਨਾਲ ਇੱਕ ਸ਼ਬਦ ਆਪਰੇਸ਼ਨ ਹੈ। ਜਿਵੇਂ ਇਸ ਘੱਲੂਘਾਰੇ ਨੂੰ ਹਿੰਦ ਹਕੂਮਤ ਨੇ ਆਪਰੇਸ਼ਨ ਦਾ ਨਾਮ ਦਿੱਤਾ ਸੀ ਕਿ ਬਲੂ ਸਟਾਰ ਆਪਰੇਸ਼ਨ। ਆਪਰੇਸ਼ਨ ਦਾ ਅਰਥ ਹੁੰਦਾ ਹੈ ਵੀ ਜਦੋਂ ਸਰੀਰ ਦਾ ਕੋਈ ਅੰਗ ਨਕਾਰਾ ਹੋਵੇ ਨਾ, ਕੋਈ ਡੂੰਘਾ ਫੱਟ ਲੱਗ ਜਾਵੇ, ਉਹਨੂੰ ਚੀਰ ਫਾੜ ਕਰਕੇ ਜਾਂ ਕੱਟਿਆ ਜਾਂਦਾ ਜਾਂ ਵੱਢਿਆ ਜਾਂਦਾ ਹੈ। ਆਪਰੇਸ਼ਨ ਦਾ ਅਰਥ ਹੈ ਕਾਰਵਾਈ। ਇਹ ਸਾਡਾ ਸ਼ਬਦ ਨਹੀਂ ਹੈ, ਇਹ ਹਿੰਦ ਹਕੂਮਤ ਦਾ ਦਿੱਤਾ ਹੋਇਆ ਸ਼ਬਦ ਸੀ, ਬਲੂ ਸਟਾਰ ਆਪਰੇਸ਼ਨ। ਵਿਦਵਾਨ ਤਾਂ ਇਹ ਵੀ ਕਹਿੰਦੇ ਨੇ ਕਿ ਬਹੁਤਾਂਤ ਸਿੱਖ ਨੀਲੀਆਂ ਦਸਤਾਰਾਂ ਸਜਾਉਂਦੇ, ਇਸ ਕਰਕੇ ਫਿਰ ਉਹਨਾਂ ਨੇ ਕਿਹਾ ਵੀ ਅਸੀਂ ਇਹ ਦਸਤਾਰ ਵਾਲੇ ਰਹਿਣ ਨਹੀਂ ਦੇਣੇ ਹਕੂਮਤ ਨੇ। ਤੋ ਕਹਿਣ ਤੋਂ ਭਾਵ ਸਾਕੇ ਦਾ ਅਰਥ ਹੈ ਵੀ ਜਦੋਂ ਸ਼ਹੀਦ ਹੋਣ ਵਾਲਾ ਆਪ ਕਿਸੇ ਜਗ੍ਹਾ ਤੇ ਚੱਲ ਕੇ ਸ਼ਹੀਦੀ ਦੇਵੇ, ਉਹਨੂੰ ਪਤਾ ਹੋਵੇ ਵੀ ਮੈਂ ਜਿਹੜੀ ਧਰਤੀ ਤੇ ਚੱਲਿਆ ਇੱਥੋਂ ਜਿੰਦਾ ਵਾਪਸ ਨਹੀਂ ਆਵਾਂਗਾ, ਉਹਦੇ ਬਾਵਜੂਦ ਵੀ ਉਸ ਧਰਤੀ ਤੇ ਜਾ ਕੇ ਸ਼ਹਾਦਤ ਦਾ ਜਾਮ ਪੀਵੇ, ਉਹਨੂੰ ਸਾਕਾ ਕਿਹਾ ਜਾਂਦਾ ਹੈ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਉਹਨਾਂ ਨੇ ਦਿੱਲੀ ਚਾਂਦਨੀ ਚੌਂਕ ਜਾ ਕੇ ਸ਼ਹੀਦੀ ਦਿੱਤੀ, ਤੇ ਕਲਗੀਧਰ ਪਾਤਸ਼ਾਹ ਨੇ ਆਪਣੀ ਬਾਣੀ 'ਚ ਇਹਨੂੰ ਸਾਕਾ ਲਿਖਿਆ, ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕੱਲੂ ਮੈਂ ਸਾਕਾ। ਤੋ ਇਦਾਂ ਹੀ ਇੱਕ ਸ਼ਬਦ ਕਤਲੇਆਮ ਹੈ ਕਿ ਜਦੋਂ ਇੱਕ ਕੌਮ ਨਿਹੱਥੀ ਹੋਵੇ ਤੇ ਦੂਜੀ ਕੌਮ ਟੁੱਟ ਕੇ ਪੈ ਜਾਵੇ, ਜੋ ਕੁਝ 1984 ਚੰਦਰਾ ਦੀ ਮੌਤ ਤੋਂ ਬਾਅਦ ਹੋਇਆ ਕਾਨਪੁਰ ਤੇ ਦਿੱਲੀ ਵਰਗੇ ਸ਼ਹਿਰਾਂ 'ਚ, ਇਹ ਦੰਗੇ ਨਹੀਂ, ਇਹ ਕਤਲੇਆਮ ਸੀ। ਕਿਉਂਕਿ ਦੰਗੇ ਦਾ ਅਰਥ ਹੁੰਦਾ ਹੈ ਵੀ ਜਦੋਂ ਦੋ ਕੌਮਾਂ ਭਿੜਨ ਤੇ ਦੋਵਾਂ ਦੇ ਹੱਥ ਵਿੱਚ ਬਰਾਬਰ ਦੇ ਸ਼ਸਤਰ ਹੋਣ। ਹੁਣ ਇਹ ਸ਼ਬਦ ਕੀ ਹੈ, ਜਿਹੜੇ ਦਿਨ ਆਪਾਂ ਹੁਣ ਮਨਾ ਰਹੇ ਹਾਂ, 1 ਜੂਨ ਤੋਂ ਲੈ ਕੇ 6 ਜੂਨ ਤੱਕ ਕੌਮ ਇਹ ਹਫ਼ਤਾ ਮਨਾਉਂਦੀ ਹੈ, ਔਰ ਇਹਨੂੰ ਆਪਾਂ ਘੱਲੂਘਾਰਾ ਕਹਿੰਦੇ ਹਾਂ। ਘੱਲੂਘਾਰੇ ਦਾ ਅਰਥ ਹੁੰਦਾ ਹੈ ਸਰਬਨਾਸ਼। ਘੱਲੂਘਾਰੇ ਦਾ ਅਰਥ ਹੁੰਦਾ ਹੈ ਵੀ ਜਦੋਂ ਘੇਰਾਬੰਦੀ ਕਰਕੇ ਯੋਜਨਾਬੱਧ ਤਰੀਕੇ ਨਾਲ ਕਿਸੇ ਕੌਮ ਨੂੰ ਬਿਲਕੁਲ ਹੀ ਖਤਮ ਕਰਨ ਦਾ ਤਹੱਈਆ ਕਰ ਲਿਆ ਜਾਵੇ, ਉਹਨੂੰ ਘੱਲੂਘਾਰਾ ਕਿਹਾ ਜਾਂਦਾ ਹੈ। ਇਹ ਤੀਸਰਾ ਘੱਲੂਘਾਰਾ ਸੀ ਜਿਹੜਾ 6 ਜੂਨ 1984 ਨੂੰ ਵਾਪਰਿਆ। ਇਹਦੇ ਤੋਂ ਪਹਿਲਾਂ 2 ਘੱਲੂਘਾਰੇ ਸਾਡੀ ਕੌਮ ਨੇ ਆਪਣੇ ਪਿੰਡੇ ਤੇ ਹੰਢਾਏ ਆ, ਇੱਕ ਸਨ 1746 ਵਿੱਚ ਤੇ ਇੱਕ ਸਨ 1762 ਵਿੱਚ। ਯਾਦ ਰੱਖਣਾ, ਜਦੋਂ ਅਹਿਮਦ ਸ਼ਾਹ ਅਬਦਾਲੀ ਇਹਨੇ ਕੋਪਰ ਹੀੜੇ ਦੇ ਮੈਦਾਨ ਅੰਦਰ ਮਲੇਰ ਕੋਟਲੇ ਦੇ ਨੇੜੇ ਅੱਧੇ ਤੋਂ ਵੱਧ ਕੌਮ ਖਤਮ ਕਰ ਦਿੱਤੀ ਨਾ, ਤੇ ਇਹਨੂੰ ਐਉਂ ਲੱਗਾ ਵੀ ਹੁਣ ਮੈਂ ਇਹ ਕੌਮ ਖਤਮ ਕਰ ਦਿੱਤੀ, ਤੇ ਉਹ ਵਾਪਸ ਜਾਂਦਾ ਜਾਂਦਾ ਲਾਹੌਰ ਇਸ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਵੀ ਉਹਨੇ ਹਮਲਾ ਕਰ ਦਿੱਤਾ। ਸਰੋਵਰ ਪੂਰਿਆ ਤੇ ਹਮਲਾ ਕਰਕੇ ਸ਼੍ਰੀ ਦਰਬਾਰ ਸਾਹਿਬ ਨੂੰ ਵੀ ਢਹਿ ਢੇਰੀ ਕਰ ਦਿੱਤਾ। ਕਿਉਂ ਕੀਤਾ?
ਉਹਦੇ ਮਨ ਵਿੱਚ ਸੀ ਵੀ ਕੌਮ ਤਾਂ ਤਕਰੀਬਨ ਇਹਨਾਂ ਦੀ ਖਤਮ ਹੋ ਗਈ ਹੈ, ਪਰ ਜਿਹੜਾ ਇਹਨਾਂ ਦੀ ਊਰਜਾ ਦਾ ਸੋਮਾ ਹੈ, ਜਿਹੜਾ ਇਸ ਕੌਮ ਦੀ ਸ਼ਕਤੀ ਦਾ ਸੋਮਾ ਹੈ, ਜੇਕਰ ਮੈਂ ਇਸ ਸੋਮੇ ਨੂੰ ਹੀ ਮਲਬੇ ਦੇ ਰੂਪ 'ਚ ਬਦਲ ਦਿਆਂ ਤੇ ਫਿਰ ਇਹ ਕੌਮ ਦੁਬਾਰਾ ਉੱਠ ਨਹੀਂ ਸਕੇਗੀ। ਇਤਿਹਾਸ ਦਾ ਵਿਦਿਆਰਥੀ ਆ, ਤੁਸੀਂ ਵੀ ਇਤਿਹਾਸ ਪੜ੍ਹਦੇ ਹੋਵੋਗੇ। ਯਾਦ ਰੱਖਿਓ, ਇਹ ਕੰਮ ਉਹਨੇ ਅਪ੍ਰੈਲ ਮਹੀਨੇ 'ਚ ਕੀਤਾ ਤੇ ਇਹ ਕੰਮ ਕਰਕੇ ਉਹ ਆਰਾਮ ਨਾਲ ਬੈਠ ਗਿਆ ਵੀ ਇਹ ਕੌਮ ਦਾ ਹੁਣ ਮੈਂ ਲੱਕ ਤੋੜਤਾ, ਇਹ ਕੌਮ ਉੱਠ ਨਹੀਂ ਸਕਦੀ। ਯਾਦ ਰੱਖਿਓ ਖਾਲਸਾ ਜੀ, ਅਪ੍ਰੈਲ ਦੇ ਮਹੀਨੇ 'ਚ ਉਹ ਇਹ ਮਾੜਾ ਕਾਰਾ ਕਰਦਾ ਹੈ ਤੇ ਜਿਹੜੀ ਅਕਤੂਬਰ ਦੇ ਮਹੀਨੇ 'ਚ ਉਸੇ ਸਾਲ ਹੀ ਦੀਵਾਲੀ ਆਉਂਦੀ ਹੈ ਨਾ, ਉਸ ਦੀਵਾਲੀ ਤੇ 60,000 ਦਾ ਇਕੱਠ ਸ਼੍ਰੀ ਅਕਾਲ ਤਖਤ ਸਾਹਿਬ ਦੀ ਧਰਤੀ ਤੇ ਆਪਣੇ ਬਜ਼ੁਰਗਾਂ ਦਾ, ਆਪਣੇ ਸਿੱਖਾਂ ਦਾ ਹੁੰਦਾ ਹੈ। ਇਹ ਉਹ ਇਕੱਠ ਸੀ ਕਿ ਜੇਕਰ ਕੋਈ ਵਿਅਕਤੀ ਆਪਣੇ ਘਰ 'ਚ ਹੈ ਨਾ, ਜੇ ਕੋਈ ਨਕਾਰਾ ਹੋਵੇ ਆਪਣੇ ਅੰਗ ਤੋਂ ਤੇ ਉਹ ਵੱਖਰੀ ਗੱਲ ਹੈ, ਇੱਕ ਵੀ ਸਿੱਖ ਆਪਣੇ ਘਰ ਵਿੱਚ ਨਹੀਂ ਰਿਹਾ। ਤੇ ਜਦੋਂ ਇਸ ਇਕੱਠ ਦਾ ਪਤਾ ਲੱਗਾ ਨਾ ਅਹਿਮਦ ਸ਼ਾਹ ਅਬਦਾਲੀ ਨੂੰ, ਉਹਨੇ ਸੋਚਿਆ ਵੀ ਮੈਂ ਤੇ ਸੋਚਿਆ ਸੀ ਵੀ ਇਹ ਕੌਮ ਮੈਂ ਬਿਲਕੁਲ ਖਤਮ ਕਰ ਦਿੱਤੀ ਆ, ਇਹਨਾਂ ਦੀ ਊਰਜਾ ਦਾ ਕੇਂਦਰ ਵੀ ਖਤਮ ਕਰ ਦਿੱਤਾ, ਪਰ ਇਹ ਇੰਨੀ ਵੱਡੀ ਗਿਣਤੀ ਵਿੱਚ ਫੇਰ ਕਿੱਥੋਂ ਆ ਗਏ। ਇਹਨੇ ਮਨ ਬਣਾ ਲਿਆ ਵੀ ਦੁਬਾਰਾ ਮੈਂ ਜਾਵਾਂ। ਇਹ ਤਿਆਰ ਹੋਇਆ, ਇਹਨੇ ਲਾਹੌਰ ਤੋਂ ਅੰਮ੍ਰਿਤਸਰ ਆਉਣ ਦੀ ਚੜ੍ਹਾਈ ਕਰ ਲਈ। ਯਾਦ ਰੱਖਿਓ, ਜਦੋਂ ਇਤਿਹਾਸ ਪੜ੍ਹੋਗੇ ਖਾਲਸਾ ਜੀ, ਕਿ ਜਦੋਂ ਪਹਿਲਾਂ ਇਹਨੇ ਮਲੇਰਕੋਟਲੇ ਜਾ ਕੇ ਕੋਪਰੀੜੇ ਦੇ ਮੈਦਾਨ ਅੰਦਰ ਸਿੱਖਾਂ ਨੂੰ ਮਾਰਿਆ ਨਾ, ਸ਼ਹੀਦ ਕੀਤਾ, ਉਦੋਂ ਇਹਨੂੰ ਲਾਹੌਰ ਤੋਂ ਆਉਣ ਲਈ 72 ਘੰਟੇ ਲੱਗੇ ਸੀ। 2 ਦਰਿਆ ਪਾਰ ਕਰਕੇ ਤੇ 72 ਘੰਟਿਆਂ 'ਚ ਇਹ ਪਹੁੰਚ ਗਿਆ ਸੀ। ਪਰ ਜਿਹੜਾ ਲਾਹੌਰ ਤੋਂ ਅੰਮ੍ਰਿਤਸਰ ਦਾ 5 ਘੰਟੇ ਦਾ ਰਸਤਾ ਸੀ ਨਾ ਪੈਦਲ, ਇਤਿਹਾਸ ਪੜ੍ਹ ਕੇ ਵੇਖੋ, ਜਦੋਂ ਇਹਨੂੰ ਪਤਾ ਲੱਗਾ ਵੀ ਇਹ ਕੌਮ ਦੁਬਾਰਾ ਉੱਠ ਖੜੀ ਹੋਈ ਆ, ਇਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਖਾਲਸਾ ਇਕੱਤਰ ਹੋ ਗਿਆ ਤੇ ਸਾਧ ਸੰਗਤ, ਜਿਹੜਾ 5 ਘੰਟਿਆਂ ਦਾ ਰਸਤਾ ਸੀ, ਇਹਨੂੰ ਤੈਅ ਕਰਨ ਵਾਸਤੇ ਇਹਨੂੰ 26 ਘੰਟੇ ਲੱਗਦੇ ਹਨ। ਗਹਿ ਗੱਚ ਮੁਕਾਬਲਾ ਹੁੰਦਾ ਹੈ, ਸ਼ਾਮਾਂ ਪੈਂਦੀਆਂ ਨੇ। ਜੋ ਯੁੱਧ ਦੀ ਨੀਤੀ ਸੀ, ਕੁਦਰਤੀ ਉਦੋਂ ਸੂਰਜ ਗ੍ਰਹਿਣ ਲੱਗਾ ਸੀ ਤੇ ਯੁੱਧ ਨੀਤੀ ਮੁਤਾਬਕ ਫੌਜਾਂ ਆਪੋ ਆਪਣੇ ਪਾਲੇ ਵਿੱਚ ਚਲੇ ਗਈਆਂ ਤੇ ਰਾਤੋਂ ਰਾਤ ਐਡੀ ਦਲੇਰੀ ਨਾਲ ਸਿੱਖ ਲੜਦੇ ਨੇ ਕਿ ਅਹਿਮਦ ਸ਼ਾਹ ਅਬਦਾਲੀ ਨੂੰ ਇਹ ਧਰਤੀ ਛੱਡ ਕੇ ਦੁਬਾਰਾ ਲਾਹੌਰ ਭੱਜਣਾ ਪੈਂਦਾ ਹੈ। ਸਮਾਂ ਕਿੰਨਾ? ਅਪ੍ਰੈਲ ਤੋਂ ਲੈ ਕੇ ਤਕਰੀਬਨ ਅਕਤੂਬਰ ਦੇ ਮਹੀਨੇ ਦਾ। ਹੁਣ ਸਾਧ ਸੰਗਤ, ਜਦੋਂ ਉਹ ਘੱਲੂ ਘਾਰੇ ਵਾਪਰਦੇ ਸੀ, 5 ਸਾਲਾਂ ਵਿੱਚ 5 ਵਾਰ ਸਾਡੀ ਕੌਮ ਤੇ ਹਮਲਾ ਹੋਇਆ, ਪਰ ਯਾਦ ਰੱਖਿਓ, ਸਾਡੇ ਮਨ ਵਿੱਚ ਦੁਬਿਧਾ ਨਹੀਂ ਸੀ ਉਸ ਹਮਲੇ ਨੂੰ ਲੈ ਕੇ। ਕੌਮ 'ਚ ਕੋਈ ਦੁਬਿਧਾ ਨਹੀਂ ਸੀ। ਉਹਦਾ ਇੱਕ ਕਾਰਨ ਸੀ, ਕਿਉਂਕਿ ਕੌਮ ਦੇ ਬੱਚੇ ਨੂੰ ਪਤਾ ਸੀ ਵੀ ਅਹਿਮਦ ਸ਼ਾਹ ਅਬਦਾਲੀ ਸਾਡਾ ਦੁਸ਼ਮਣ ਹੈ। ਕੌਮ ਦੇ ਨੌਜਵਾਨਾਂ ਨੂੰ, ਬੀਬੀਆਂ ਨੂੰ ਪਤਾ ਸੀ ਕਿ ਅਹਿਮਦ ਸ਼ਾਹ ਅਬਦਾਲੀ ਸਾਡਾ ਦੁਸ਼ਮਣ ਹੈ। ਇਸ ਕਰਕੇ ਕਿਸੇ ਦੇ ਮਨ ਵਿੱਚ ਦੁਬਿਧਾ ਪੈਦਾ ਨਹੀਂ ਹੋਈ ਵੀ ਅਬਦਾਲੀ ਨੇ ਕਿਉਂ ਕੀਤਾ, ਦਰਬਾਰ ਸਾਹਿਬ ਕਿਉਂ ਢਾਇਆ, ਸਰੋਵਰ ਕਿਉਂ ਪੂਰਿਆ। ਕਿਸੇ ਦੇ ਮਨ 'ਚ ਦੁਬਿਧਾ ਨਹੀਂ ਪੈਦਾ ਹੋਈ ਵੀ ਕੌਮ ਦੇ ਅੱਧੇ ਹਿੱਸੇ ਤੋਂ ਵੱਧ ਸੰਗਤਾਂ ਨੂੰ ਕਿਉਂ ਸ਼ਹੀਦ ਕਰ ਦਿੱਤਾ ਗਿਆ ਵੱਡੇ ਘੱਲੂ ਘਾਰੇ ਦੇ ਅੰਦਰ। ਪਰ ਯਾਦ ਰੱਖਿਓ, ਜਦੋਂ ਇਹ ਤੀਸਰਾ ਘੱਲੂ ਘਾਰਾ ਹੋਇਆ ਨਾ, ਜਿਹੜਾ ਬੀਬੀ ਇੰਦਰਾ ਦੇ ਹੁਕਮ ਤੇ 3 ਜਰਨਲ ਤੋਪਾਂ ਲੈ ਕੇ, ਗੋਲੀ ਸਿੱਕਾ ਬਰੂਦ ਲੈ ਕੇ, ਟੈਂਕ ਲੈ ਕੇ, ਬਖਤਰਬੰਦ ਗੱਡੀਆਂ ਲੈ ਕੇ ਜਦੋਂ ਇਸ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਦੇ ਆ ਨਾ, ਫਿਰ ਸਾਡੇ ਮਨਾਂ ਵਿੱਚ ਇੱਕ ਦੁਬਿਧਾ ਜ਼ਰੂਰ ਪੈਦਾ ਹੋਈ ਕਿ ਆਖਰ ਕਾਰਨ ਕੀ ਹੈ। ਉਹ ਤੇ ਦੁਸ਼ਮਣ ਸੀ, ਪਰ ਇੱਥੇ ਤੇ ਸਾਡੇ ਆਪਣੇ ਕਰ ਗਏ। ਪਰ ਜਦੋਂ ਤੁਸੀਂ ਸਵੈ ਪੜਚੋਲ ਨੂੰ ਕਰੋਗੇ, ਅਸੀਂ ਮੰਨਦੇ ਰਹੇ ਵੀ ਇਹ ਦੇਸ਼ ਸਾਡਾ ਹੈ, ਅੱਜ ਵੀ ਮੰਨਦੇ ਹਾਂ। ਸਾਧ ਸੰਗਤ, 96% ਕੁਰਬਾਨੀਆਂ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਸਾਡੇ ਬਜ਼ੁਰਗਾਂ ਨੇ ਕੀਤੀਆਂ ਨੇ। ਠੀਕ ਹੈ, ਸਾਡੀ ਗਿਣਤੀ 2% ਹੈ, ਪਰ ਜਦੋਂ ਤੁਸੀਂ ਕੁਰਬਾਨੀਆਂ ਦਾ ਕਿੱਸਾ ਪੜ੍ਹੋਗੇ, ਸਿੱਖਾਂ ਨੇ ਹਰ ਵੇਲੇ ਇਸ ਦੇਸ਼ ਨੂੰ ਆਪਣਾ ਦੇਸ਼ ਸਮਝਿਆ। ਪਰ ਇਹ ਲੋਕ ਅਕਿਰਤ ਕਣ ਲੋਕ, ਯਾਦ ਰੱਖਣਾ, ਗੁਰਬਾਣੀ ਦਾ ਸਿਧਾਂਤ ਹੈ ਵੀ ਏਕ ਦ੍ਰਿਸ਼ਟ ਕਰ ਸਮਸਰ ਜਾਣੇ, ਜੋਗੀ ਕਹੀ ਐ ਸੋਈ। ਸਿੱਖ ਕਦੇ ਕਿਸੇ ਨੂੰ ਆਪਣਾ ਦੁਸ਼ਮਣ ਨਹੀਂ ਮੰਨਦਾ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਜਦੋਂ ਕੋਈ ਕਿਸੇ ਦੀ ਨਿੱਜੀ ਲੜਾਈ ਹੋਵੇ ਤੇ ਉਸ ਲੜਾਈ ਵਿੱਚ ਕਿਸੇ ਦਾ ਕਤਲ ਹੋ ਜਾਵੇ ਨਾ, ਤੇ ਕਰਨ ਵਾਲੇ ਨੂੰ ਕਿਹਾ ਜਾਂਦਾ ਇਹ ਕਾਤਲ ਹੈ। ਪਰ ਜਦੋਂ ਗੱਲ ਹੋਂਦ ਦੀ ਹੋਵੇ, ਜਦੋਂ ਗੱਲ ਆਪਣੀ ਕੌਮ ਦੀ ਹੋਵੇ, ਜਦੋਂ ਗੱਲ ਆਪਣੇ ਪੰਥ ਦੀ ਹੋਵੇ, ਤੇ ਉਦੋਂ ਫਿਰ ਪਾਪ ਕਰਨ ਵਾਲੇ ਤੇ ਦੁਸ਼ਟ ਕਰਮ ਕਰਨ ਵਾਲੇ ਨੂੰ ਜਦੋਂ ਸੋਧਾ ਲਾਇਆ ਜਾਂਦਾ ਹੈ ਨਾ,
ਉਦੋਂ ਦੁਨੀਆ ਕਾਤਲ ਨਹੀਂ ਕਹਿੰਦੀ, ਉਦੋਂ ਦੁਨੀਆ ਸੂਰਮਾ ਕਹਿੰਦੀ ਹੈ। ਯਾਦ ਰੱਖਣਾ ਸਾਧ ਸੰਗਤ, ਅਸਲ ਦੇ ਵਿੱਚ ਇਹ ਜਿਹੜਾ ਘੱਲੂਘਾਰਾ ਸੀ, ਇਹਦੇ ਇਤਿਹਾਸ ਨੂੰ ਜਦੋਂ ਪੜ੍ਹੋਗੇ ਤੇ ਜਿਵੇਂ ਅੱਜ ਗੁਰਬਾਣੀ 'ਚ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀ ਗੱਲ ਹੀ ਮੋਹ ਦੀ ਕੀਤੀ ਨਾ, ਰਾਜ ਸੱਤਾ ਵੀ ਇੱਕ ਬਹੁਤ ਵੱਡਾ ਮੋਹ ਹੁੰਦੀ ਹੈ। ਜਦੋਂ ਬੰਦੇ ਨੂੰ ਇਹ ਭੁੱਸ ਪੈ ਜਾਵੇ ਨਾ ਵੀ ਰਾਜ ਭਾਗ ਮੇਰੇ ਕੋਲ ਹੀ ਰਵੇ, ਮੇਰੇ ਕੋਲੋਂ ਚੌਧਰ ਖੁੱਸੇ ਹੀ ਨਾ, ਉਦੋਂ ਫਿਰ ਮੋਹ ਵਿੱਚ ਆ ਕੇ ਉਹ ਵੱਡੀਆਂ ਕਾਰਵਾਈਆਂ ਤੇ ਗਲਤ ਕੰਮ ਵੀ ਕਰ ਜਾਂਦਾ ਹੈ, ਜਿਹਦੇ ਤੋਂ ਬਾਅਦ ਉਹਨੂੰ ਸਦੀਆਂ ਤੱਕ ਲਾਹਨਤਾਂ ਪੈਂਦੀਆਂ ਰਹਿੰਦੀਆਂ ਨੇ। ਜਦੋਂ ਤੁਸੀਂ ਵਿਦਵਾਨਾਂ ਨੂੰ ਪੜ੍ਹੋਗੇ ਤੇ ਉਹ ਇਹ ਵੀ ਲਿਖਦੇ ਨੇ ਕਿ ਹੋ ਸਕਦਾ ਹੈ ਇੱਕ ਛੋਟੀ ਕੌਮ ਦੇ ਉੱਤੇ ਬਲੇਮ ਲਾ ਕੇ ਵੀ ਇਹ ਵੱਖਵਾਦੀ ਆ, ਅੱਤਵਾਦੀ ਆ, ਖਾਲਿਸਤਾਨੀ ਆ, ਇਹਨਾਂ ਨੂੰ ਦਬਾ ਕੇ ਉਸ ਵੇਲੇ ਬੀਬੀ ਇੰਦਰਾ ਨੇ ਮਨ ਬਣਾ ਲਿਆ ਵੀ ਮੈਂ ਪੂਰੇ ਭਾਰਤ ਵਿੱਚੋਂ ਇਲੈਕਸ਼ਨਾਂ ਜਿੱਤ ਕੇ ਆਪਣੀ ਸਰਕਾਰ ਬਣਾਉਣੀ ਹੈ। ਪਰ ਵੇਖੋ ਸਾਧ ਸੰਗਤ, ਜਦੋਂ ਇੱਕ ਦੇਸ਼ ਦੂਜੇ ਦੇਸ਼ ਤੇ ਹਮਲਾ ਕਰਦਾ ਹੈ ਤੇ ਉਹ ਗੋਲੀ ਸਿੱਕਾ ਬਰੂਦ ਸ਼ਾਇਦ ਨਹੀਂ ਵਰਤਦਾ ਜਿਹੜਾ ਸਾਡੇ ਦੇਸ਼ ਨੇ ਸਾਡੇ ਦਿਲ ਹਰਮੰਦਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕਰਨ ਵੇਲੇ ਗੋਲੀ ਸਿੱਕਾ ਬਰੂਦ ਵਰਤਿਆ। ਕੀ ਕੁਝ ਨਹੀਂ ਹੋਇਆ, ਬਖਤਰਬੰਦ ਗੱਡੀਆਂ ਆਈਆਂ, ਟੈਂਕ ਆਏ, ਕਿੰਨੀਆਂ ਪਲਟਨਾਂ ਆਈਆਂ, 70,000 ਤੋਂ ਵੱਧ ਫੌਜ ਆਈ ਤੇ ਸਿੰਘ ਕਿੰਨੇ ਨੇ? ਗਿਣਤੀ ਦਾ 150 ਜਾਂ 200 ਸਿੰਘ। ਸਾਧ ਸੰਗਤ, ਇਹ ਬੜਾ ਮਨ ਦੁਖੀ ਹੁੰਦਾ ਹੈ ਉਦੋਂ ਫਿਰ ਕਿ ਏਡੀ ਵੱਡੀ ਕਾਰਵਾਈ, ਏਡਾ ਵੱਡਾ ਐਕਸ਼ਨ ਕਰਕੇ ਸਾਰੀ ਦੁਨੀਆ ਦੇ ਅੰਦਰ ਇਸ ਮੀਡੀਏ ਨੇ, ਉਸ ਵੇਲੇ ਦੇ ਮੀਡੀਏ ਨੇ ਇਹ ਫੈਲਾਉਣ ਦਾ ਯਤਨ ਕੀਤਾ ਵੀ ਸਿੱਖ ਅੱਤਵਾਦੀ ਹਨ, ਸਿੱਖ ਵੱਖਵਾਦੀ ਹਨ, ਜਦੋਂ ਕਿ ਸਿੱਖਾਂ ਨੇ ਸ਼ੁਰੂ ਤੋਂ ਹੀ ਇਸ ਦੇਸ਼ ਨੂੰ ਆਪਣਾ ਦੇਸ਼ ਮੰਨਿਆ ਹੈ। ਸਾਧ ਸੰਗਤ, ਜਦੋਂ ਦੇਸ਼ ਦੀਆਂ ਆਜ਼ਾਦੀ ਦੀ ਗੱਲ ਚੱਲਦੀ ਹੈ, ਯਾਦ ਰੱਖਿਓ, ਕਿਤੇ ਅੰਕੜੇ ਪੜ੍ਹ ਕੇ ਵੇਖੋ, 121 ਬੰਦੇ ਫਾਂਸੀ ਚੜ੍ਹੇ, ਜਿਹਦੇ ਚੋਂ 93 ਸਿੱਖ ਸਨ। 2146 ਬੰਦੇ ਜਿਹੜੇ ਨੇ ਉਹਨਾਂ ਨੇ ਉਮਰ ਕੈਦ ਕੱਟੀ, ਜਿਹਦੇ ਚੋਂ ਵੱਡੀ ਗਿਣਤੀ ਵਿੱਚੋਂ ਸਿੱਖ ਸਨ। 93 ਬੰਦੇ ਤੋਪਾਂ ਨਾਲ ਬੰਨ੍ਹ ਕੇ ਉਡਾ ਦਿੱਤੇ, ਸਾਰੇ ਦੇ ਸਾਰੇ ਸਿੱਖ ਸਨ। 113 ਬੰਦੇ ਬਜਬਟ ਘਾਟ ਦੀ ਧਰਤੀ ਦੇ ਉੱਤੇ ਸ਼ਹੀਦ ਹੋ ਗਏ, ਜਿਹਦੇ ਚੋਂ 67 ਸਿੱਖ ਸਨ, ਤੇ 500 ਸਿੱਖ ਅਕਾਲੀ ਲਹਿਰ ਵੇਲੇ ਦੇਸ਼ ਦੀ ਆਜ਼ਾਦੀ 'ਚ ਸ਼ਹੀਦ ਹੋਇਆ, ਉਹ ਸਾਰੇ ਦਾ ਸਾਰਾ ਸਿੱਖ ਸੀ। ਸਿੱਖਾਂ ਨੇ ਤੇ ਕਦੇ ਵੀ ਨਹੀਂ ਕਿਹਾ ਵੀ ਇਹ ਦੇਸ਼ ਸਾਡਾ ਨਹੀਂ, ਅਸੀਂ ਤੇ ਸ਼ੁਰੂ ਤੋਂ ਇਸ ਦੇਸ਼ ਵਾਸਤੇ ਲੜਦੇ ਆਏ, ਭਿੜਦੇ ਆਏ। ਪਰ ਜਿਹੜੇ ਲੋਕ ਤੁਹਾਡੀ ਹੋਂਦ ਨੂੰ ਖਤਮ ਕਰਨਾ ਚਾਹੁੰਦੇ ਸੀ, ਜਿਹਨੂੰ ਪ੍ਰਵਾਨ ਹੀ ਨਹੀਂ ਸੀ ਵੀ ਇਹ ਕੌਮ ਉੱਠ ਸਕੇ, ਉਹਨਾਂ ਨੇ ਸਾਨੂੰ ਕੁਚਲਣ ਵਾਸਤੇ ਬੜਾ ਲੰਬੇ ਸਮੇਂ ਤੋਂ ਤਿਆਰੀ ਕੀਤੀ। ਦੇਸ਼ ਆਜ਼ਾਦ ਹੋ ਗਿਆ, ਸਾਨੂੰ ਪਹਿਲਾ ਤੋਹਫਾ ਦਿੱਤਾ ਵੀ ਇਹ ਜਰੈਮ ਪੇਸ਼ਾ ਕੌਮ ਹੈ। ਸਾਧ ਸੰਗਤ, ਇਹਦੇ ਤੋਂ ਵੀ ਅੱਗੇ ਆਓ, ਇਹ ਵੀ ਅਸੀਂ ਝੱਲ ਲਿਆ। ਇਹਦੇ ਤੋਂ ਬਾਅਦ ਸੂਬਾ ਬਣਾਉਣ ਦੀ ਗੱਲ ਚੱਲੀ ਵੀ ਭਾਸ਼ਾ ਦੇ ਆਧਾਰ ਤੇ ਸੂਬੇ ਬਣਾਏ ਜਾਣ। ਜਿਨ੍ਹਾਂ ਲੋਕਾਂ ਨੇ ਇਸ ਧਰਤੀ ਤੇ ਪੰਜਾਬੀ ਸੂਬਾ ਮੁਰਦਾਬਾਦ ਕਿਹਾ, ਜਿਨ੍ਹਾਂ ਨੇ ਇਹ ਨਾਅਰੇ ਲਾਏ ਕਿ ਊੜੀ ਐੜੀ ਨਹੀਂ ਪੜेंगे, ਜੂੜੀ ਜੂੜਾ ਕੱਟ ਧਰेंगे, ਕੱਛ ਕੜਾ ਕਿਰਪਾਨ ਇਹਨਾਂ ਨੂੰ ਭੇਜਾਂਗੇ ਪਾਕਿਸਤਾਨ, ਉਹਨਾਂ ਤੇ ਕੋਈ ਕਾਰਵਾਈ ਨਹੀਂ। ਤੇ ਦੂਜੇ ਬੰਨੇ ਜੇ 10 ਸਾਲ ਦਾ ਬੱਚਾ ਇੰਦਰਜੀਤ ਸਿੰਘ ਕਰਨਾਲ ਕਹਿ ਗਿਆ ਪੰਜਾਬੀ ਸੂਬਾ ਜਿੰਦਾਬਾਦ, ਤੇ ਉਹਨੂੰ ਵੀ ਸੋਟੀਆਂ ਮਾਰ ਕੇ ਖੂਹ ਵਿੱਚ ਸਿੱਟ ਕੇ ਉਸ ਬੱਚੇ ਨੂੰ ਮਾਰ ਦਿੱਤਾ ਗਿਆ। ਕਿੰਨੇ ਸਿੱਖਾਂ ਦੇ ਉੱਤੇ ਸਾਧ ਸੰਗਤ ਹਮਲੇ ਕੀਤੇ, ਕਾਹਦੇ ਲਈ? ਅਸੀਂ ਆਪਣਾ ਹੱਕ ਮੰਗਦੇ ਪਏ ਸੀ, ਭਾਸ਼ਾ ਦੇ ਆਧਾਰ ਤੇ ਸੂਬਾ ਮੰਗਦੇ ਪਏ ਸਾਂ। ਖੈਰ, ਇਹਦੇ ਤੋਂ ਵੀ ਅੱਗੇ ਆਓ, ਉਹ ਵੀ ਅਸੀਂ ਆਪਣੇ ਉੱਤੇ ਝੱਲਿਆ ਸਾਰਾ ਦਰਦ। 65 ਤੇ 71 ਦੀ ਜੰਗ ਆ ਗਈ ਤੇ ਫੌਜੀ ਜਿਹੜੇ ਸੀ ਇਸ ਸਰਹੱਦ ਦੇ ਉੱਤੇ ਪੰਜਾਬ ਦੀ ਧਰਤੀ ਤੇ ਆ ਕੇ ਵੱਡੀ ਗਿਣਤੀ 'ਚ ਜੁੜ ਗਏ। ਮੈਂ ਕਹਿੰਦਾ ਧੰਨ ਸਾਡੀਆਂ ਮਾਈਆਂ ਬੀਬੀਆਂ, ਉਹਨਾਂ ਨੇ ਵੇਖਿਆ ਵੀ ਕਿਤੇ ਇਹ ਲੋਕ ਦਿਲ ਨਾ ਛੱਡ ਦੇਣ, ਇਹ ਦੇਸ਼ ਲਈ ਲੜ ਰਹੇ ਨੇ। ਉਹਨਾਂ ਨੇ ਆਪਣੇ ਘਰੋਂ ਪ੍ਰਸ਼ਾਦੇ ਤਿਆਰ ਕਰ ਕਰਕੇ ਸਿਰਾਂ ਤੇ ਟੋਕਰੇ ਰੋਟੀਆਂ ਦਾ ਰੱਖ ਕੇ ਉਹ ਫੌਜ ਨੂੰ ਲੰਗਰ ਛਕਾਇਆ ਵੀ ਤੁਸੀਂ ਦੇਸ਼ ਲਈ ਲੜ ਰਹੇ ਹੋ, ਇਹ ਦੇਸ਼ ਇਕੱਲਾ ਤੁਹਾਡਾ ਨਹੀਂ, ਇਹ ਦੇਸ਼ ਸਾਡਾ ਵੀ ਹੈ, ਇਹ ਦੇਸ਼ ਸਿੱਖਾਂ ਦਾ ਵੀ ਹੈ। ਰੱਖੜੀ ਸਾਡਾ ਸਿਧਾਂਤ ਨਹੀਂ, ਪਰ ਰੱਖੜੀ ਦਾ ਦਿਨ ਆਇਆ ਤੇ ਸਾਡੀਆਂ ਭੈਣਾਂ ਨੇ ਆਪਣੇ ਸਿਧਾਂਤ ਨੂੰ ਵੀ ਛਿੱਕੇ ਟੰਗ ਕੇ ਫੌਜੀ ਭਰਾਵਾਂ ਦੇ ਰੱਖੜੀਆਂ ਬੰਨੀਆਂ, ਕਿਤੇ ਇਹ ਦਿਲ ਨਾ ਛੱਡ ਜਾਣ, ਇਹ ਦੇਸ਼ ਲਈ ਲੜ ਰਹੇ ਹਨ। ਅਸੀਂ ਤੇ ਉਦੋਂ ਵੀ ਇਸ ਦੇਸ਼ ਨੂੰ ਆਪਣਾ ਸਮਝਿਆ। ਅਖੀਰ ਸਾਧ ਸੰਗਤ ਜੀ ਅੱਗੇ ਚੱਲੋ, ਫਿਰ 13 ਅਪ੍ਰੈਲ 1978 ਨੂੰ ਦੇਹਧਾਰੀ ਗੁਰੂ ਜਿਹੜੇ ਬਣਾ ਕੇ ਪੰਜਾਬ ਦੀ ਧਰਤੀ ਤੇ ਭੇਜੇ ਗਏ ਕਿ ਸਿੱਖਾਂ ਨੂੰ ਸ਼ਬਦ ਗੁਰੂ ਨਾਲੋਂ ਤੋੜਿਆ ਜਾਵੇ, ਇਹਨਾਂ ਨੂੰ ਗੁਰਬਾਣੀ ਨਾਲੋਂ ਤੋੜਿਆ ਜਾਵੇ। ਗੁਰਬਾਣੀ ਇਹਨਾਂ ਨੂੰ ਊਰਜਾ ਦਿੰਦੀ ਹੈ, ਗੁਰਬਾਣੀ ਇਹਨਾਂ ਦੀ ਸ਼ਕਤੀ ਦਾ ਸੋਮਾ ਹੈ।
ਤੇ ਉਹ ਜਿਹੜੇ ਨਿਰੰਕਾਰੀ ਕਾਂਡ ਇਸ ਧਰਤੀ ਦੇ ਉੱਤੇ ਵਾਪਰਿਆ, ਉੱਥੋਂ ਫਿਰ ਇੱਕ ਵੱਡੀ ਲਹਿਰ ਸ਼ੁਰੂ ਹੋਈ। ਧਰਮ ਯੁੱਧ ਮੋਰਚੇ ਦੇ ਆਗਾਜ਼ ਹੋਇਆ, ਮਰਜੀਵੜੇ ਭਰਤੀ ਕੀਤੇ ਤੇ ਉਹਨਾਂ ਮਰਜੀਵੜਿਆਂ ਦੇ ਵਿੱਚ ਹੀ ਐਂਟਰੀ ਹੋਈ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ। ਮੰਗਦੇ ਕੀ ਸੀ? ਮੰਗਿਆ ਕੀ? ਵੇਖੋ, ਆਪਣੇ ਲਈ ਮੰਗਿਆ ਕੁਛ? ਉਹ ਪੰਜਾਬ ਦੇ ਪਾਣੀ ਦੀ ਗੱਲ ਕਰਦੇ ਸਨ, ਉਹ ਪੰਜਾਬ ਦੇ ਮਸਲਿਆਂ ਦੀ ਗੱਲ ਕਰਦੇ ਸਨ, ਉਹ ਪੰਜਾਬੀ ਭਾਸ਼ਾ ਦੀ ਗੱਲ ਕਰਦੇ ਸਨ, ਸਾਧ ਸੰਗਤ ਪੰਜਾਬੀ ਬੋਲੀ ਦੀ ਗੱਲ ਕਰਦੇ ਸਨ। ਔਰ ਇਸ ਕਰਕੇ ਜੋ ਕੁਝ ਉਹਨਾਂ ਨੇ ਮੰਗਿਆ, ਉਹ ਮੰਗਾਂ ਤੇ ਅੱਜ ਵੀ ਸਾਡੀ ਕੌਮ ਦੀਆਂ ਉੱਥੇ ਖੜੀਆਂ ਨੇ। ਪਰ ਇਹ ਕਿੱਧਰ ਦਾ ਨਿਆਂ ਸੀ ਕਿ ਜਿਹੜੇ ਸਿੱਖ ਇਸ ਦੇਸ਼ ਲਈ ਸ਼ੁਰੂ ਤੋਂ ਲੜਦੇ ਆਏ, ਭਿੜਦੇ ਆਏ, ਗੋਲੀਆਂ ਖਾਧੀਆਂ, ਆਪਣੇ ਘਰ ਬਰਬਾਦ ਕਰਾ ਲਏ। ਸਾਧ ਸੰਗਤ, ਜਦੋਂ ਕਿਤੇ ਉਹਨਾਂ ਸਿੱਖਾਂ ਨੇ ਆਪਣਾ ਹੱਕ ਮੰਗਿਆ ਤੇ ਉਹ ਪਰਾਏ ਹੋ ਗਏ। ਉਹਨਾਂ ਦੀ ਹੋਂਦ ਨੂੰ ਖਤਮ ਕਰਨ ਦਾ ਯਤਨ ਕੀਤਾ ਗਿਆ। ਮੈਂ ਬੇਨਤੀ ਕਰਾਂਗਾ ਸਾਧ ਸੰਗਤ, ਦੁਨੀਆ ਦੇ ਉੱਤੇ ਲੀਡਰ ਬਹੁਤ ਹੋਏ ਤੇ ਬੜੇ ਹੋਣਗੇ, ਜਰਨਲ ਤੇ ਕਰਨਲ ਬੜੇ ਪੈਦਾ ਹੋਏ ਤੇ ਬੜੇ ਹੋਣਗੇ। ਇੱਕ ਗੱਲ ਯਾਦ ਰੱਖਿਓ, ਜੇ ਅੱਜ ਵੀ ਸਾਰੇ ਜਰਨਲਾਂ ਕਰਨਲਾਂ ਦੇ ਵਿੱਚੋਂ ਗੁਰਦੁਆਰਿਆਂ ਦੇ ਬਾਹਰ ਜਾਂ ਗੁਰਦੁਆਰਿਆਂ ਦੇ ਅੰਦਰ ਕਿਸੇ ਦੀ ਤਸਵੀਰ ਲੱਗੀ ਹੈ, ਉਹ ਸ਼ਹੀਦ ਜਰਨਲ ਸਰਦਾਰ ਸ਼ਵੇਗ ਸਿੰਘ ਦੀ ਲੱਗੀ ਹੋਈ ਹੈ। ਔਰ ਜਿਹੜਾ ਸਤਕਾਰ ਸ਼ਵੇਗ ਸਿੰਘ ਦਾ ਹੈ, ਉਹ ਸ਼ਾਇਦ ਦੁਨਿਆਵੀ ਤੌਰ ਤੇ ਕਿਸੇ ਦਾ ਨਾ ਹੋਵੇ। ਜੇ ਆਗੂਆਂ ਦੀ ਗੱਲ ਕਰੀਏ ਤੇ ਯਾਦ ਰੱਖਿਓ, ਅੱਜ ਹਰੇਕ ਨੌਜਵਾਨ ਦੇ ਦਿਲ ਉੱਤੇ, ਅੱਜ ਹਰੇਕ ਨੌਜਵਾਨ ਦੀ ਟੀ-ਸ਼ਰਟ ਉੱਤੇ ਤੇ ਅੱਜ ਹਰੇਕ ਗੁਰੂ ਘਰ ਦੇ ਬਾਹਰ ਜੇ ਕਿਸੇ ਦੀ ਵੱਡੀ ਪੱਧਰ ਦੇ ਉੱਤੇ ਫੋਟੋ ਲੱਗੀ ਹੈ ਤੇ ਸਾਧ ਸੰਗਤ, ਉਹ ਆਗੂਆਂ ਦੇ ਵਿੱਚੋਂ ਆਗੂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਹਨ। ਇਸ ਕਰਕੇ ਕਿਉਂਕਿ ਉਹ ਆਪਣੇ ਲਈ ਨਹੀਂ ਲੜੇ। ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ, ਬਾਬਾ ਠਾਰਾ ਸਿੰਘ ਜੀ, ਜਰਨਲ ਸ਼ਵੇਗ ਸਿੰਘ ਜੀ, ਇਤ ਆਦਿਕ ਕੌਮ ਦੇ ਮਹਾਨ ਯੋਧੇ, ਜਿਨ੍ਹਾਂ ਨੇ ਇਸ ਧਰਤੀ ਤੇ ਉਹ ਇਤਿਹਾਸ ਦੁਹਰਾਇਆ ਕਿ ਸਾਡੇ ਦੁਸ਼ਮਣ ਜਿਹੜੇ ਸੀ ਉਹ ਵੀ ਸੋਚਣ ਲਈ ਮਜਬੂਰ ਹੋ ਗਏ ਵੀ ਇਹ ਸਿੱਖ ਕਿਸ ਮਿੱਟੀ ਦੇ ਬਣੇ ਹਨ। ਯਾਦ ਰੱਖਿਓ, ਜੰਗ ਯੁੱਧ ਦੋ ਤਰੀਕਿਆਂ ਨਾਲ ਹੁੰਦੇ ਨੇ। ਇੱਕ ਤੇ ਜਦੋਂ ਸਾਵੇਂ ਹੋਣ ਤੇ ਇੱਕ ਉਦੋਂ ਜਦੋਂ ਸਾਵੇਂ ਨਾ ਹੋਈਏ। ਆਪਣੀ ਕੌਮ ਤੇ ਵੈਸੇ ਹੀ ਗੁਰੂ ਸਾਹਿਬ ਦੀ ਕਿਰਪਾ ਹੈ। ਆਪਣੀ ਕੌਮ ਨੇ ਜਿੰਨੇ ਯੁੱਧ ਲੜੇ, ਉਹਦੇ ਚੋਂ ਬਹੁਤੇ ਯੁੱਧ ਉਹ ਆ ਜਿਹਦੇ ਵਿੱਚ ਅਸੀਂ ਦੁਸ਼ਮਣ ਦੇ ਬਰਾਬਰ ਸਾਵੇਂ ਨਹੀਂ, ਅਸੀਂ ਘੱਟ ਸੀ, ਹਥਿਆਰ ਵੀ ਘੱਟ, ਗੋਲੀ ਸਿੱਕਾ ਬਰੂਦ ਵੀ ਘੱਟ। ਪਰ ਜਿਹੜੀ ਦਲੇਰੀ ਨਾਲ ਸਿੰਘ ਲੜੇ ਨੇ, ਉਸ ਦਲੇਰੀ ਨੇ ਦੁਨੀਆ ਦੇ ਉੱਤੇ ਸਾਧ ਸੰਗਤ ਇੱਕ ਇਤਿਹਾਸ ਸਿਰਜ ਦਿੱਤਾ ਹੈ। ਯਾਦ ਰੱਖਿਓ, ਇੱਥੇ ਸਰੀਰ ਨਹੀਂ ਲੜੇ, ਇੱਥੇ ਰੂਹਾਂ ਲੜੀਆਂ ਨੇ, ਇੱਥੇ ਰੂਹਾਨੀ ਤਾਕਤ ਲੜੀ ਹੈ। ਤੇ ਰੂਹਾਨੀ ਤਾਕਤ ਉਦੋਂ ਹੀ ਲੜ ਸਕਦੀ ਹੈ ਜਦੋਂ ਬੰਦੇ ਕੋਲ ਇਬਾਦਤ ਹੋਵੇ, ਬੰਦੇ ਕੋਲ ਗੁਰਬਾਣੀ ਹੋਵੇ, ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਹੋਵੇ। ਮੈਂ ਬੇਨਤੀ ਕਰ ਰਿਹਾ ਸੀ ਕਿ ਸਾਧ ਸੰਗਤ, ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ। ਅੱਜ ਰੋਜੀ ਰੋਟੀ ਦੀ ਖਾਤਰ ਬੰਦੇ ਵੇਖੋ ਕੀ ਕੁਝ ਨਹੀਂ ਕਰ ਰਹੇ। 50-50 ਲੱਖ ਰੁਪਈਆ ਦੇ ਕੇ 2 ਨੰਬਰ ਥਾਣੀ ਅਮਰੀਕਾ ਲੋਕ ਜਾ ਰਹੇ, ਆਪਣੇ ਬੱਚਿਆਂ ਨੂੰ ਭੇਜ ਰਹੇ। ਮੈਂ ਅੱਜ ਇਸ ਮੰਚ ਤੋਂ ਉਹਨਾਂ ਧਰਮੀ ਫੌਜੀਆਂ ਦਾ ਵੀ ਸਤਿਕਾਰ ਕਰਦਾ ਜਿਨ੍ਹਾਂ ਰੋਜੀ ਰੋਟੀ ਨੂੰ ਲੱਤ ਮਾਰ ਕੇ ਤੇ ਧਰਮ ਨੂੰ ਪ੍ਰਮੁਖਤਾ ਦਿੱਤੀ। ਸਤਿਗੁਰੂ ਮਹਾਰਾਜ ਉਹਨਾਂ ਦੀ ਸੇਵਾ ਵੀ ਥਾਂ ਪਾਉਣ, ਜਿਨ੍ਹਾਂ ਨੇ ਇਸ ਧਰਤੀ ਤੇ ਸ਼ਹੀਦੀਆਂ ਦਿੱਤੀਆਂ। ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਬੇਅੰਤ ਸਾਥੀ, ਔਰ ਇਹਦੇ ਤੋਂ ਇਲਾਵਾ ਬਹੁਤ ਸਾਰੇ ਅਕਾਲੀ ਸਿੰਘ, ਔਰ ਮਾਲਵੇ ਦੀ ਧਰਤੀ ਤੋਂ ਸਰਦਾਰ ਨਛੱਤਰ ਸਿੰਘ ਜੀ ਭਲਵਾਨ, ਜਿਹੜੇ ਜ਼ਿਲ੍ਹਾ ਜਥੇਦਾਰ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਨ। 600 ਦਾ ਜਥਾ ਲੈ ਕੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਨਾਲ ਲੈ ਕੇ ਇਸ ਧਰਤੀ ਤੇ ਪਹੁੰਚੇ। ਮੈਂ ਕਿਉਂ ਕਿਹਾ ਵੀ ਇਹ ਹਮਲਾ, ਇਹ ਘੱਲੂਘਾਰਾ ਹੋਂਦ ਨੂੰ ਖਤਮ ਕਰਨ ਵਾਸਤੇ ਸੀ, ਕਿਉਂਕਿ ਦਿਨ ਚੁਣਿਆ 3 ਜੂਨ ਤੇ 3 ਜੂਨ ਨੂੰ ਸੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ। ਯਾਦ ਰੱਖਣਾ, ਸਰਦਾਰ ਭਾਨ ਸਿੰਘ ਜੀ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਥਾਂ ਤੇ ਲਿਖਦੇ ਆ, ਉਹ ਕਹਿੰਦੇ ਵੀ ਇਹ ਕਰਫਿਊ 'ਚ ਢਿੱਲ ਦੇਣ ਦਾ ਕਾਰਨ ਇਹ ਸੀ ਕਿ ਕੌਮ ਵੱਧ ਚੜ ਕੇ ਆਵੇ, ਇਹਨਾਂ ਦੇ ਬੱਚੇ ਆਉਣ, ਬੀਬੀਆਂ ਆਉਣ, ਬਜ਼ੁਰਗ ਆਉਣ। ਇਹ ਗੁਰੂ ਅਰਜਨ ਦੇਵ ਮਹਾਰਾਜ ਨੂੰ ਬੜਾ ਪਿਆਰ ਕਰਦੇ ਆ, ਪਰ ਉਹਨਾਂ ਪਲੈਨਿੰਗ ਬਣਾ ਲਈ ਵੀ ਇਹਨਾਂ ਨੂੰ ਜਾਣ ਨਹੀਂ ਦੇਣਾ। ਪਤਾ ਨਹੀਂ ਕਿੰਨੇ ਬੇਕਸੂਰ ਬੱਚੇ, ਬੀਬੀਆਂ, ਉਹਨਾਂ ਨੂੰ ਇਸ ਧਰਤੀ ਦੇ ਉੱਤੇ ਕੋਹ ਕੇ ਸ਼ਹੀਦ ਕੀਤਾ ਗਿਆ। ਉਹ ਗੁਰੂ ਰਾਮਦਾਸ ਸਰਾਂ ਅੱਜ ਵੀ ਗਵਾਹੀ ਭਰਦੀ ਹੈ ਕਿ ਜਿਹਦੇ ਕਮਰੇ 'ਚ 10 ਬੰਦੇ ਬਹਿ ਸਕਦੇ ਸੀ, ਉੱਥੇ 60 ਨੌਜਵਾਨਾਂ ਨੂੰ ਅੰਦਰ ਵਾੜ ਕੇ
ਸਾਹ ਸੂਤ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਪਰ ਇੱਕ ਗੱਲ ਯਾਦ ਰੱਖਿਓ, ਇੰਨਾ ਕੁਝ ਹੋਣ ਤੋਂ ਬਾਅਦ ਵੀ ਹਿੰਦ ਹਕੂਮਤ ਇਹ ਨਹੀਂ ਕਹਿ ਸਕਦੀ ਵੀ ਅਸੀਂ ਯੁੱਧ ਜਿੱਤੇ ਆ। ਉਹਦਾ ਕਾਰਨ ਇਹ ਸੀ ਵੀ ਯੁੱਧ ਦੇ ਨਿਸ਼ਾਨੇ ਹੁੰਦੇ ਆ, ਤੇ ਉਹਨਾਂ ਦਾ ਨਿਸ਼ਾਨਾ ਸੀ ਸੰਤ ਜਰਨੈਲ ਸਿੰਘ ਨੂੰ ਜਿੰਦਾ ਫੜ ਕੇ ਖੜਨਾ ਹੈ। ਪਰ ਸਾਧ ਸੰਗਤ, ਜਿਉਂਦਿਆਂ ਜੀ ਇਹਨਾਂ ਦੇ ਵੱਡੇ ਵੱਡੇ ਕਰਨਲ, ਜਰਨਲ ਤੇ ਭਾਰਤੀ ਫੌਜ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਜਿੰਦਾ ਨਹੀਂ ਫੜ ਸਕੀ। ਸਾਧ ਸੰਗਤ, ਉਹਨਾਂ ਇਹ ਸ਼ਬਦ ਜ਼ਰੂਰ ਕਹੇ ਸੀ ਵੀ ਮਰਨ ਤੋਂ ਬਾਅਦ ਤੇ ਮਿੱਟੀ ਹੈ, ਜਿੱਧਰ ਮਰਜ਼ੀ ਲਈ ਫਿਰਿਓ, ਪਰ ਘੱਟੋ ਘੱਟ ਤੁਸੀਂ ਜਿਉਂਦੇ ਮੈਨੂੰ ਪਕੜ ਨਹੀਂ ਸਕਦੇ। ਤੋਂ ਕਹਿਣ ਤੋਂ ਭਾਵ ਇਸ ਧਰਤੀ ਤੇ ਯੋਧਿਆਂ ਨੇ ਇਤਿਹਾਸ ਦੁਹਰਾਇਆ। 1 ਮਿੰਟ ਦੀ ਘਟਨਾ ਕਹਿ ਕੇ ਫਿਰ ਆਪਾਂ ਸਮਾਪਤੀ ਕਰਾਂਗੇ। ਜਦੋਂ ਘੱਲੂਘਾਰਾ ਹੋ ਗਿਆ, ਅਕਾਲ ਤਖਤ ਢਹਿ ਢੇਰੀ ਹੋ ਗਿਆ ਨਾ, ਤੇ ਸਰਦਾਰ ਸ਼ਵੇਗ ਸਿੰਘ, ਜਰਨਲ ਸ਼ਵੇਗ ਸਿੰਘ ਦੀ ਮਾਂ ਆਈ। ਉਹਨੇ ਮਲਬੇ ਚੋਂ ਮਿੱਟੀ ਲੈ ਕੇ ਇੱਕ ਬਰਤਨ 'ਚ ਭਰ ਲਈ, ਅੱਖਾਂ 'ਚ ਵਿਰਾਗ ਆ ਗਿਆ, ਤੇ ਕੋਲ ਖੜੇ ਇੱਕ ਸਿੱਖ ਨੇ ਕਿਹਾ, ਮਾਂ ਬਹੁਤ ਪਵਿੱਤਰਤਾ ਭੰਗ ਕਰ ਦਿੱਤੀ ਹਿੰਦ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੀ। ਪਰ ਮਾਂ ਦਾ ਜਜ਼ਬਾ ਵੇਖੋ, ਉਹਨੇ ਕਿਹਾ, ਪੁੱਤ ਇਦਾਂ ਨਾ ਕਹੋ ਪਵਿੱਤਰਤਾ ਭੰਗ ਹੋ ਗਈ ਹੈ। ਇਹ ਤੇ ਪਵਿੱਤਰਤਾ ਉਦੋਂ ਨਹੀਂ ਸੀ ਭੰਗ ਹੋਈ ਜਿੱਦਣ ਮੱਸਾ ਰੰਗੜ ਇੱਥੇ ਕੰਜਰੀ ਦਾ ਨਾਚ ਕਰਾਉਂਦਾ ਸੀ। ਉਹਨੇ ਕਿਹਾ, ਇੱਕ ਗੱਲ ਯਾਦ ਰੱਖਿਓ, ਜਿਨ੍ਹਾਂ ਨੇ ਇਹ ਕਾਰਾ ਕੀਤਾ ਉਹ ਦੁਨੀਆ ਤੇ ਨਹੀਂ ਰਹਿਣਗੇ, ਤੇ ਜਿਹੜੇ ਹੱਕ ਸੱਚ ਦੀ ਲੜਾਈ ਲਈ ਜੂਝ ਕੇ ਸ਼ਹੀਦ ਹੋ ਗਏ, ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਉਹਨਾਂ ਦਾ ਨਾਂ ਸੰਸਾਰ ਤੇ ਧਰੂ ਤਾਰੇ ਵਾਂਗ ਚਮਕਦਾ ਰਹੇਗਾ। ਅੱਜ ਵੀ ਇਹ ਜਿਹੜੇ ਕੇਸਰੀ ਨਿਸ਼ਾਨ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਝੂਲਦੇ ਨੇ, ਇਹ ਨਿਸ਼ਾਨੀ ਹੈ ਇਸ ਗੱਲ ਦੀ, ਜ਼ਾਲਮੋ ਕਿੰਨੇ ਵੀ ਘੱਲੂਘਾਰੇ ਕਰ ਲਓ, ਇਹ ਕੌਮ ਅੱਕੇਗੀ ਨਹੀਂ, ਥੱਕੇਗੀ ਨਹੀਂ। ਕਿਉਂਕਿ ਪ੍ਰੋਫੈਸਰ ਮੋਹਨ ਸਿੰਘ ਲਿਖਦਾ ਹੈ, ਪੰਜਾਬ 5 ਦਰਿਆਵਾਂ ਦੀ ਧਰਤ ਹੈ ਇਹ, ਮੌਤ ਜਿਸ ਦੀ ਹਿੱਕ ਤੇ ਵੱਸਦੀ ਏ, ਇੱਕੋ ਮਾਂ ਪੰਜਾਬਣ ਹੈ ਜੱਗ ਉੱਤੇ, ਜਿਹੜੀ ਪੁੱਤ ਮਰਵਾ ਕੇ ਹੱਸਦੀ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ। ਸਾਰਿਆਂ ਦੇ ਨਾਂ ਤੇ ਨਹੀਂ ਲਏ ਜਾ ਸਕਦੇ, ਪਰ ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਦੇ ਸਿੰਘਾਂ ਨੇ ਇਸ ਧਰਤੀ ਤੇ ਆਪਣਾ ਲਹੂ ਡੋਲਿਆ, ਸ਼ਹੀਦੀਆਂ ਪ੍ਰਾਪਤ ਕੀਤੀਆਂ, ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਚਰਨਾਂ 'ਚ ਜਗ੍ਹਾ ਦੇਣ। ਤੇ ਵੈਸੇ ਵੀ ਗੁਰੂ ਤੋਂ ਬਾਅਦ ਜੇ ਕੋਈ ਵੱਡਾ ਸਥਾਨ ਹੈ, ਉਹ ਸ਼ਹੀਦ ਦਾ ਸਥਾਨ ਹੈ। ਤੇ ਮਾਣ ਕਰੋ ਵੀ ਤੁਹਾਡੇ ਬਜ਼ੁਰਗ ਇਸ ਧਰਤੀ ਤੇ ਸ਼ਹੀਦ ਹੋਏ, ਹੱਕ ਸੱਚ ਦੀ ਖਾਤਰ, ਅਣਖ ਦੀ ਖਾਤਰ, ਸ੍ਰੀ ਅਕਾਲ ਤਖਤ ਸਾਹਿਬ ਦੀ ਪਵਿੱਤਰਤਾ ਦੀ ਖਾਤਰ। ਗੁਰੂ ਸਾਹਿਬ ਕਿਰਪਾ ਕਰਨ। ਬਾਣੀ ਦੀ ਵਿਚਾਰ ਕਰਦਿਆਂ, ਇਤਿਹਾਸ ਦੀ ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਨੇ। ਮਹਾਰਾਜ ਅਭੁੱਲ ਪਿਤਾ ਹਨ, ਭੁੱਲਾਂ ਨਾ ਚਿਤਾਰਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਮਹਾਨ ਜਥੇਬੰਦੀ ਹੈ, ਧੰਨਵਾਦੀ ਹਾਂ। ਔਰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਲੁਧਿਆਣੇ ਵਾਲੇ, ਜੋ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਬੜੇ ਪਿਆਰ ਨਾਲ ਆਵਾਜ਼ ਮਾਰ ਕੇ ਆਪ ਜੀ ਦੇ ਦਰਸ਼ਨ ਕਰਵਾ ਦਿੰਦੇ ਨੇ, ਉਹਨਾਂ ਦਾ ਧੰਨਵਾਦ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਫੇਰ ਆਪਾਂ ਫਤਿਹ ਬੁਲਾਵਾਂਗੇ ਜੀ। ਜਿੰਨਾ ਹਰ ਆਪ ਕਿਰਪਾ ਕਰੇ, ਸੇ ਗੁਰ ਸਮਝਾਇਆ, ਬਲਿਹਾਰੀ ਗੁਰ ਆਪਣੇ, ਸਦਾ ਸਦਾ ਘੁਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।